श्री गुरु रामदास गुण गाओ। श्री अर्जुन विघ्नन के नासक, विघ्नन के नासक। श्री हरगोबिंद शुभ सुमत प्रकाशक। श्री हर राय नमो कर जोरी, नमो कर जोरी। श्री गुरु हर कृष्ण मनाए बहोरी। श्री तेग बहादुर परम कृपाला, सतगुर परम कृपाला। श्री गुरु गोबिंद सिंह बिसाला। तरों परा पर पुन पुन सीसा, वाहिगुरु पुन पुन सीसा। बंदों बार बार जगदीशा। जिसमें है अमृत ज्ञान है, माणक भगत वैराग। श्री गुरु ग्रंथ साहिब उदद बंदम भरे अनुराग। श्री गुरु शब्द कमाए जिन, जीते पंच विकार। तीन संतन को बंदना, सिर चरणन पर तार। जजन भजन मम खालसा, खालसा पूजब जोग। दास गोबिंद फतेह खालसा, दरस परस मिटे सोग। आत्म रस जिह जानकी, सो है खालस देव। प्रभ मह मोह मह तास मह, तरंचक नाहिन पेव। सूरा सो पहचानिया, जो लगा दीन के हेत। पुरजा पुरजा कट मरै, कबहु न छाड़ै खेत। एक अंकारा सतगुरु, तेह प्रसाद सच होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। सतनाम श्री वाहिगुरु साहिब जी दोहरा। खतरी झूठा नंद तब, कह नवाब के साथ। देखो किम एह बोलते, डरत न जोरत हाथ। वाहिगुरु जी का खालसा, वाहिगुरु जी की फतेह। गरीब नवाज अंतरजामी सतगुरु धन 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 सतगुरु आदि श्री गुरु ग्रंथ साहिब महाराज जी दे पावन पवित्र दर्शन दीदार कर रहे गुरु खालसा साध संगत जी। सतगुरु महाराज जी की अत्यंत कृपालता मेहर वरत रही है। शहीदां दे पावन दिन नूं समर्पित चल रहे शहीदी समागमां दे अंदर आप संगतां अमृत वेले दे दीवानां दी हाजरियां भर रहियां हो। गरीब नवाज श्री गुरु ग्रंथ साहिब महाराज जी की पावन तुरकी बाणी आई। दिन सगले चिंत मिटाई, सुख मनी सुख अमृत प्रभ नाम। भगत जना कै मन विसराम, पावन पवित्र सर्व सुखां दे देण वाले श्री सुखमनी साहिब जी की गुरबाणी का आप जी ने पाठ श्रवण किया है। समा होया जिन्हां साहिबजादियां दा अज शहीदी पुरब सारे इस दुनिया अंदर सिख मना रहे हैं। उन्हां शहीदां दी कथा नूं विचारन दा धन धन साहिबजादा बाबा जोरावर सिंह जी, धन धन साहिबजादा बाबा फतेह सिंह साहिब जी, जिन्हां ने साध संगत जी अज दे दिन आपदे शरीरां दा भांडा
ਤੁਰਕਾਂ ਦੇ ਸਿਰ ਭੰਨ ਕੇ ਸੱਚਖੰਡ ਗਮਨ ਕੀਤਾ ਔਰ ਤੁਰਕਾਂ ਦੀਆਂ ਜੜ੍ਹਾਂ ਨੂੰ ਨਾਸ਼ ਕਰ ਦਿੱਤਾ। ਉਹਨਾਂ ਦਾ ਸਾਹਿਬਜ਼ਾਦਿਆਂ ਦਾ ਜਿਸ ਪ੍ਰਕਾਰ ਸ਼ਹਾਦਤ ਦਾ ਪ੍ਰਸੰਗ ਆ ਰਿਹਾ ਹੈ, ਆਪੋ ਆਪਣੀਆਂ ਮਾਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਆਪ ਜੀ ਸਰਵਣ ਕਰੋ। ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਹੁਕਮ ਹੈ ਸਿੱਖਾਂ ਦੇ ਤਾਈ, ਸੰਗਤ ਅੰਦਰ ਮਿਲ ਕਰਕੇ ਬੈਠ ਕਰਕੇ ਜ਼ਰੂਰ ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰ ਗੁਰੂ ਦਾ ਉਪਦੇਸ਼ ਸਰਵਣ ਕਰਨਾ ਚਾਹੀਦਾ ਹੈ। ਸਾਧ ਸੰਗਤ ਜੀ, ਸਿੱਖਾਂ ਨੂੰ ਗੁਰਸਿੱਖਾਂ ਨੂੰ ਗੁਰਬਾਣੀ ਅੰਦਰ ਸਤਿਗੁਰੂ ਮਹਾਰਾਜ ਨੇ ਹੰਸਾਂ ਦੀ ਤਸ਼ਬੀਹ ਦਿੱਤੀ ਹੈ। ਜਿਵੇਂ ਹੰਸ ਆਪ ਦਾ ਜੀਵਨ ਗੁਜ਼ਾਰਦੇ ਹਨ, ਇਉਂ ਸਿੱਖ ਹਨ। ਹੰਸ ਵਿਚਾਰ ਨਾਲ ਦੁੱਧ ਦੇ ਵਿੱਚ ਆਪਦੀ ਚੁੰਝ ਪਾਉਣ ਤੇ ਦੁੱਧ ਦੀ ਜਿਹੜੀਆਂ ਸਾਧ ਸੰਗਤ ਜੀ ਫੁੱਟੀਆਂ ਉਹ ਵੱਖਰੀਆਂ, ਦਹੀਂ ਦੀਆਂ ਤੇ ਪਾਣੀ ਅੱਡ ਹੋ ਜਾਂਦਾ। ਇਉਂ ਸਿੱਖ ਦੇ ਅੰਦਰ ਵਿਚਾਰ ਹੋਣੀ ਚਾਹੀਦੀ ਹੈ। ਹੰਸ ਰਹਿੰਦੇ ਕਿੱਥੇ? ਮਾਨ ਸਰੋਵਰ ਉੱਪਰ। ਇਹ ਮਾਨ ਸਰੋਵਰ ਕੀ ਹੈ? ਸਾਧ ਸੰਗਤ ਹੈ। ਸਾਧ ਸੰਗਤ ਜੀ, ਇੱਕ ਵਾਰ ਦਾ ਪ੍ਰਸੰਗ ਆਉਂਦਾ ਹੈ ਕਿ ਹੰਸ ਕਹਿਣ ਲੱਗੇ ਮਾਨ ਸਰੋਵਰ ਨੂੰ, ਹੇ ਮਾਨ ਸਰੋਵਰ, ਤੇਰੀ ਵਡਿਆਈ ਸਾਡੇ ਕਰਕੇ ਹੈ। ਮਾਨ ਸਰੋਵਰ ਨੂੰ ਕਹਿੰਦੇ ਜੇ ਅਸੀਂ ਨਾ ਹੋਈਏ ਤੈਨੂੰ ਕੋਈ ਮਾਨ ਸਰੋਵਰ ਨਾ ਕਹੇਗਾ। ਅਸੀਂ ਆਉਂਦੇ ਹਾਂ ਤੇਰੇ ਕਿਨਾਰੇ ਤੇ ਬੈਠਦੇ ਹਾਂ, ਸਾਨੂੰ ਹੰਸਾਂ ਨੂੰ ਚਿੱਟਿਆਂ ਨੂੰ ਦੇਖ ਕੇ ਕਹਿੰਦੇ ਇਹ ਮਾਨ ਸਰੋਵਰ ਹੈ। ਜੇ ਅਸੀਂ ਨਾ ਹੋਈਏ ਤੈਨੂੰ ਕੋਈ ਮਾਨ ਸਰੋਵਰ ਨਾ ਕਹੇ। ਅੱਗੋਂ ਸਾਧ ਸੰਗਤ ਜੀ ਮਾਨ ਸਰੋਵਰ ਨੇ ਕਿਹਾ, ਹੇ ਹੰਸੋ, ਕਿਉਂ ਐਵੇਂ ਮਾਣ ਕਰਦੇ ਹੋ? ਇਹ ਜੇ ਤੁਸੀਂ ਮੇਥੋਂ ਦੂਰ ਹੋਏ, ਹੋਰਨਾਂ ਛਪੜੀਆਂ ਦੇ ਵਿੱਚ ਤੁਹਾਨੂੰ ਡੱਡੀਆਂ ਮੱਛੀਆਂ ਮਿਲਣਗੀਆਂ, ਉਹ ਤੁਹਾਡੀ ਖੁਰਾਕ ਨਹੀਂ, ਉਹ ਤੁਹਾਡਾ ਖਾਣਾ ਨਹੀਂ। ਤੁਹਾਡੀ ਖੁਰਾਕ, ਤੁਹਾਡਾ ਖਾਣਾ ਤੁਹਾਡੇ ਪੇਟ ਦੀ ਪੂਰੀ ਮੇਥੋਂ ਹੁੰਦੀ ਹੈ। ਮੈਂ ਤੁਹਾਨੂੰ ਆਪ ਚੋਂ ਹੀਰੇ ਮੋਤੀ ਕੱਢ ਦਿੰਦਾ, ਉਹਨਾਂ ਨੂੰ ਖਾ ਕੇ ਤੁਹਾਨੂੰ ਤ੍ਰਿਪਤੀ ਆਉਂਦੀ ਹੈ। ਮੇਥੋਂ ਬਿਨਾਂ ਤੁਹਾਡਾ ਕੀ ਆਸਰਾ ਹੈ? ਮਾਨ ਸਰੋਵਰ ਕਹਿੰਦਾ ਮੈਨੂੰ ਛੱਡ ਕੇ ਕਿੱਥੇ ਜਾਓਗੇ? ਤੁਹਾਡਾ ਗੁਜ਼ਾਰਾ ਨਹੀਂ ਹੋਣਾ, ਅਖੀਰ ਮੇਰੇ ਪਾਸ ਆਓਗੇ। ਬੜਾ ਸਾਧ ਸੰਗਤ ਜੀ ਆਪਸ 'ਚ ਵਿਵਾਦ ਵੱਧ ਗਿਆ। ਅਖੀਰ ਇਹ ਜਿਹੜੇ ਹੰਸ ਸਨ ਕਹਿਣ ਲੱਗੇ ਅਸੀਂ ਉਡਾਰੀ ਮਾਰ ਕੇ ਜਾਂਦੇ ਹਾਂ। ਇਹ ਉੱਡ ਕੇ ਸਾਧ ਸੰਗਤ ਜੀ ਹੋਰ ਥਾਂ ਚਲੇ ਗਏ। ਜਦੋਂ ਗਏ ਤੇ ਮਾਨ ਸਰੋਵਰ ਤੇ ਕੋਈ ਰੌਣਕ ਹੀ ਨਾ ਰਹੀ, ਕੋਈ ਹੰਸ ਦਾ ਬੱਚਾ ਵੀ ਨਾ ਰਿਹਾ। ਤੇ ਹੰਸ ਜਿਸ ਵਕਤ ਕੁਝ ਕੁ ਸਮਾਂ ਗੁਜ਼ਰਿਆ ਲੱਗੇ ਭੁੱਖੇ ਮਰਨ, ਕੋਈ ਖਾਣ ਨੂੰ ਮਿਲੇ ਨਾ, ਕਿਧਰ ਛੋਟੇ ਛੋਟੇ ਛੱਪੜ ਦੇਖਣ, ਨਦੀਆਂ ਦੇਖਣ, ਟੋਪੇ ਦੇਖਣ, ਕਿਧਰੇ ਹੀਰੇ ਮੋਤੀ ਨਾ ਮਿਲਣ ਤੇ ਇਹਨਾਂ ਤੋਂ ਹੋਰ ਜਿਹੜਾ ਇਹ ਮੱਛੀ ਡੱਡੂ ਖਾਧਾ ਨਾ ਜਾਏ, ਇਉਂ ਦੁਖੀ ਹੋਣ ਲੱਗੇ। ਲੇਕਿਨ ਆਪੋ ਵਿੱਚ ਹੀ ਹੰਕਾਰ, ਹਉਮੈ ਜਿਹੜੀ ਹੁੰਦੀ ਹੈ, ਹੰਕਾਰ ਦੇ ਫੁੱਟ ਦੇ ਸਾਧ ਸੰਗਤ ਜੀ ਮਾਰੇ ਬੜੇ ਦੁਖੀ ਹੁੰਦੇ ਹਨ। ਹੰਕਾਰ ਨੇ ਪੱਟ ਲਏ ਦੋਵਾਂ ਨੂੰ। ਉਸ ਵਕਤ ਬ੍ਰਹਮਾ ਜੀ ਦੇ ਪੁੱਤਰ ਨਾਰਦ ਮੁਨੀ ਜੀ ਘੁੰਮਦੇ ਆ ਰਹੇ ਨੇ, ਨਾਲ ਪਰਮੇਸ਼ਰ ਦਾ ਭਜਨ ਕਰੀ ਜਾ ਰਹੇ ਨੇ, ਵੀਣਾ ਵਜਾ ਕੇ ਨਾਰਾਇਣ ਜਾਪ ਕਰ ਰਹੇ ਨੇ ਤੇ ਨਾਲ ਦੇਖਦੇ ਨੇ। ਕੀ ਦੇਖਦੇ? ਹੰਸਾਂ, ਸਾਰੇ ਹੰਸ ਕਿਧਰੇ ਹੋਰ ਥਾਂ ਆ ਕੇ ਬੈਠੇ ਨੇ। ਮਜ਼ਾਕ ਦੇ ਨਾਲ ਕਹਿਣ ਲੱਗੇ, ਭਾਈ ਬੱਲੇ ਬੱਲੇ ਬੱਲੇ, ਅੱਜ ਤੱਕ ਐਡੇ ਐਡੇ ਵੱਡੇ ਬਗਲੇ ਨਹੀਂ ਸਨ ਵੇਖੇ। ਇੰਨੇ ਚਿੱਟੇ, ਇੰਨੇ ਵੱਡੇ, ਇੰਨੇ ਸੋਹਣੇ ਬਗਲੇ ਇਹ ਕਿੱਥੋਂ ਆਏ? ਹੰਸਾਂ ਨੇ ਸੁਣ ਲਿਆ, ਕਹਿਣ ਲੱਗੇ, ਉਹ ਨਾਰਦ ਜੀ ਇਹ ਕੀ ਕਹਿੰਦੇ? ਅਸੀਂ ਬਗਲੇ ਥੋੜੀ, ਅਸੀਂ ਤੇ ਹੰਸ ਹਾਂ, ਤੁਹਾਨੂੰ ਸਾਡੀ ਪਛਾਣ ਨਹੀਂ ਰਹੀ। ਤੇ ਨਾਰਦ ਜੀ ਕਹਿਣ ਲੱਗੇ, ਹੰਸ ਤੇ ਮਾਨ ਸਰੋਵਰ ਦੇ ਕਿਨਾਰੇ ਬੈਠਦੇ, ਤੋਏ ਦੇ ਛੱਪੜ ਕੰਢੇ ਵਿੱਚ, ਛੱਪੜ ਦੇ ਕੰਢੇ ਤੇ ਬਗਲੇ ਬੈਠਦੇ ਨੇ, ਬਗਲੇ। ਤੁਸੀਂ ਹੰਸੀ ਕਾਹਦੇ ਹੋਏ ਜੇ ਤੁਸੀਂ ਛੱਪੜਾਂ ਦੇ ਆ ਕੇ ਬੈਠ ਗਏ? ਇਹ ਬਚਨ ਸੁਣੇ, ਕਹਿਣ ਲੱਗੇ ਸਾਡਾ ਸੁਲਾਹ ਕਰਾ, ਸਾਡੀ ਲੜਾਈ ਹੋ ਗਈ। ਮਾਨ ਸਰੋਵਰ ਕਹਿੰਦਾ ਮੈਂ ਵੱਡਾ ਸੀ, ਕਹਿੰਦੇ ਅਸੀਂ ਵੱਡੇ, ਹੁਣ ਕੋਈ ਹੀਲਾ ਕਰ। ਕਹਿਣ ਲੱਗਾ ਕੋਈ ਨਹੀਂ ਕਰਨਾ। ਚੱਲ ਕੇ ਸਾਧ ਸੰਗਤ ਜੀ ਮਾਨ ਸਰੋਵਰ ਦੇ ਕਿਨਾਰੇ ਜਾ ਕੇ ਨਾਰਦ ਜੀ ਕਹਿਣ ਲੱਗੇ, ਭਾਈ ਅੱਜ ਤੱਕ ਛੱਪੜ ਬੜੇ ਦੇਖੇ ਸਨ, ਐਡਾ ਵੱਡਾ ਛੱਪੜ ਅੱਜ ਤੱਕ ਨਹੀਂ ਮੈਂ ਕੋਈ ਵੇਖਿਆ। ਜਦੋਂ ਇੰਨਾ ਬਚਨ ਕਿਹਾ, ਮਾਨ ਸਰੋਵਰ ਦੇ ਵਿੱਚੋਂ ਆਵਾਜ਼ ਆਈ, ਹੇ ਨਾਰਦ, ਮੈਨੂੰ ਤੂੰ ਛੱਪੜ ਕਹਿੰਦਾ ਹੈ? ਮੈਂ ਤੇ ਮਾਨ ਸਰੋਵਰ ਹਾਂ, ਵੱਡਾ ਸਰੋਵਰ, ਮੈਂ ਤੈਨੂੰ ਛੱਪੜ ਦਿੰਦਾ। ਤੇ ਉਹ ਨਾਰਦ ਜੀ ਕਹਿਣ ਲੱਗੇ, ਭਾਈ ਮਾਨ ਸਰੋਵਰ ਦੀ ਪਛਾਣ ਹੀ ਹੈ, ਹੰਸ ਹੁੰਦੇ ਨੇ ਮਾਨ ਸਰੋਵਰ ਦੇ ਕਿਨਾਰੇ ਤੇ, ਇੱਥੇ ਦੇ ਹੰਸਾਂ ਦਾ ਬੱਚਾ ਵੀ ਨਹੀਂ ਦਿਸਦਾ। ਤੈਨੂੰ ਮੈਂ ਮਾਨ ਸਰੋਵਰ ਕਿਵੇਂ ਕਹਾਂ? ਤੈਨੂੰ ਮੈਂ ਛੱਪੜ ਕਹਾਂਗਾ, ਵੱਡਾ ਹੰਸਾਂ ਤੋਂ ਬਗੈਰ। ਜਦੋਂ ਇਹ ਵਚਨ ਕਿਹਾ, ਉਸ ਵਕਤ ਮਾਨ ਸਰੋਵਰ ਕਹਿਣ ਲੱਗਾ, ਨਾਰਦ ਜੀ ਸਾਡਾ ਝਗੜਾ ਵੱਧ ਗਿਆ।
ਹੰਸ ਉੱਠ ਕੇ ਚਲੇ ਗਏ, ਮੇਥੋਂ ਬੋਲ ਬੋਲਿਆ ਗਿਆ, ਹਉਮੈ ਦੇ ਅਸੀਂ ਇੰਨੇ ਗ੍ਰਿਫਤ ਚ ਆ ਗਏ, ਸਾਨੂੰ ਇੱਕ ਦੂਜੇ ਦਾ ਲਿਹਾਜ਼ ਕਰਨਾ ਵੀ ਚੇਤੇ ਨਾ ਰਿਹਾ। ਅਖੀਰ ਸਾਧ ਸੰਗਤ ਜੀ ਸੁਲਾਹ ਕਰਾਈ, ਨਾਰਦ ਜੀ ਨੇ ਹੰਸ ਦੁਬਾਰੇ ਆਏ ਮਾਨਸਰੋਵਰ ਤੇ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਗੁਰਸਿੱਖ ਸਾਧ ਸੰਗਤ ਜੀ ਜਿਵੇਂ ਹੰਸ ਮਾਨਸਰੋਵਰ ਤੇ ਹੀ ਸੋਭਦੇ ਨੇ, ਛੱਪੜਾਂ ਦੇ ਟੋਭਿਆਂ ਤੇ ਨਹੀਂ ਸੋਭਦੇ, ਇਉਂ ਜਿਹੜੇ ਗੁਰਸਿੱਖ ਨੇ ਇਹ ਸਾਧ ਸੰਗਤ ਰੂਪ ਮਾਨਸਰੋਵਰ ਚ ਹੀ ਸੋਭਦੇ ਹਨ। ਗੁਰਸਿੱਖਾਂ ਦੀ ਸੰਗਤ, ਗੁਰਸਿੱਖ ਪਿਆਰੇ ਹੋਰ ਢਾਣੀਆਂ 'ਚ ਬੈਠੇ, ਸੱਥਾਂ 'ਚ ਬੈਠੇ ਨਹੀਂ ਸੋਭਦੇ, ਕੁਸੰਗਤਾਂ 'ਚ ਬੈਠੇ ਨਹੀਂ ਸੋਭਦੇ। ਜਿਹੜੀ ਕੁਸੰਗਤਾਂ ਦੇ ਵਿੱਚ ਗੁਰਸਿੱਖ, ਉਹਨਾਂ ਨੂੰ ਕੋਈ ਗੁਰਸਿੱਖ ਨਹੀਂ ਗਿਣਦਾ, ਉਹਨਾਂ ਨੂੰ ਲੋਕ ਸਿੱਖ ਨਹੀਂ ਕਹਿੰਦੇ, ਉਹਨਾਂ ਨੂੰ ਮਨਮੁਖ ਸਾਗਰ ਪੁਰਸ਼ ਗਿਣੀਦਾ ਹੈ। ਤੇ ਜਿਸ ਸੰਗਤ 'ਚ ਆ ਕੇ ਪਰਮੇਸ਼ਰ ਦਾ ਭਜਨ ਨਾ ਹੋਵੇ, ਕੁਸੰਗਤ ਹੋਵੇ, ਉਹਨੂੰ ਸਾਧ ਸੰਗਤ ਨਹੀਂ ਕੋਈ ਕਹਿੰਦਾ ਹੈ। ਇਸ ਪ੍ਰਕਾਰ ਆਪ ਹੰਸਾਂ ਦੀ ਨਿਆਈ ਵਿਵੇਕ ਵਾਲੀ ਬੁੱਧੀ ਨੂੰ ਧਾਰ ਕੇ ਆਪ ਦਾ ਜਨਮ ਸਫਲ ਕਰਨ ਵਾਸਤੇ ਇਸ ਮਾਨਸਰੋਵਰ ਨੂੰ ਸਾਧ ਸੰਗਤ ਅੰਦਰ ਬੈਠ ਕੇ ਆਨੰਦ ਮਾਣ ਰਹੇ ਹੋ। ਸਾਧ ਸੰਗਤ ਜੀ ਮਾਨਸਰੋਵਰ 'ਚ ਹੀਰੇ ਮੋਤੀ ਮਿਲਦੇ ਨੇ। ਇਸ ਸਾਧ ਸੰਗਤ ਦੇ ਵਿੱਚੋਂ ਵਿਚਾਰ, ਵਿਵੇਕ, ਪ੍ਰੇਮ, ਸ਼ਰਧਾ, ਭਾਵਨਾ, ਨਿਮਰਤਾ, ਇਹ ਸਾਰੇ ਗੁਣ ਹੀਰਿਆਂ ਮੋਤੀਆਂ ਤੋਂ ਵੱਧ ਕੀਮਤੀ ਗੁਣ ਆ ਸੰਗਤ ਨੂੰ ਮਿਲਦੇ ਹਨ। ਕਿਤੇ ਚੰਗੇ ਗੁਣ ਕਿਤੇ ਹੋਰ ਕੋਈ ਲੈ ਲਏਗਾ। ਸੁਮੇਰ ਪਰਬਤ ਮੰਨਿਆ ਸਿਉਨੇ ਦਾ, ਸੋਨੇ ਦਾ ਪਹਾੜ ਹੈ। ਕੋਈ ਸੋਨੇ ਦੇ ਪਹਾੜ ਤੇ ਜਾਵੇ ਤੇ ਉੱਥੋਂ ਜਾ ਕੇ ਸੋਨਾ ਹੀ ਨਾ ਲੈ ਕੇ ਆਵੇ, ਖਾਲੀ ਹੱਥ ਮੁੜ ਆਏ, ਉਹਨੂੰ ਕੌਣ ਸਿਆਣਾ ਕਹੇਗਾ, ਉਹਨੂੰ ਮੂਰਖ ਕਹੀਦਾ। ਇਹ ਸਾਧ ਸੰਗਤ ਜੀ ਗੁਰ ਸੰਗਤ ਅੰਦਰ, ਗੁਰੂ ਕੀ ਸੰਗਤ ਵਿੱਚੋਂ ਵੱਡੇ ਵੱਡੇ ਸ਼ੁਭ ਗੁਣ, ਸੋਨੇ ਤੋਂ ਹਜ਼ਾਰਾਂ ਕਰੋੜਾਂ ਜ਼ਿਆਦਾ ਕੀਮਤੀ ਗੁਣ ਹਨ ਵੱਡੇ। ਸੰਗਤ 'ਚ ਆਈਏ, ਸੰਗਤ 'ਚ ਆ ਕੇ ਸਾਧ ਸੰਗਤ ਜੀ ਜੇਕਰ ਕੋਈ ਗੁਣ ਹੀ ਨਾ ਲੈ ਕੇ ਜਾਏ, ਕੋਈ ਸਿੱਖਿਆ ਹੀ ਨਾ ਲੈ ਕੇ ਜਾਏ, ਉਹਨੂੰ ਵੀ ਸਿਆਣਾ ਕੌਣ ਕਹੇਗਾ। ਸੰਗਤ 'ਚ ਆਈਏ, ਸੰਗਤ 'ਚ ਚੰਗੇ ਗੁਣ ਲੈ ਕਰਕੇ ਜਾਣੇ ਚਾਹੀਦੇ ਹਨ। ਅੱਜ ਦਾ ਦਿਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਹੈ, ਜੋ ਸਾਹਿਬਜ਼ਾਦਿਆਂ ਨੇ ਪੂਰਨੇ ਪਾਏ, ਜੋ ਉਹਨਾਂ ਨੇ ਸਾਨੂੰ ਮਾਰਗ ਦਰਸਾਇਆ ਧਰਮ ਦਾ, ਧਰਮ ਦੇ ਮਾਰਗ ਤੇ ਚੱਲ ਕੇ ਕਿਵੇਂ ਪਰਮੇਸ਼ਰ ਨੂੰ ਪ੍ਰਾਪਤ ਕਰੀਦਾ ਹੈ, ਕਿਵੇਂ ਆਪ ਦਾ ਜਨਮ ਸਫਲਾ ਕਰੀਦਾ ਹੈ, ਉਹ ਸਾਧ ਸੰਗਤ ਜੀ ਅੱਜ ਦੇ ਦਿਨ ਇਸ ਸੰਗਤ ਵਿੱਚੋਂ ਸਿੱਖਿਆ ਲੈ ਕੇ ਜਾਣ ਦਾ ਸਾਡਾ ਫਰਜ਼ ਬਣਦਾ ਹੈ। ਆਓ ਜਿਸ ਤਰ੍ਹਾਂ ਧਰਮ ਨਿਭਾਉਂਦੇ ਹੋਏ ਸਾਹਿਬਜ਼ਾਦੇ ਆਪ ਦੇ ਦਾਦਾ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਸ ਸੱਚਖੰਡ ਜਾ ਰਹੇ ਹਨ, ਜਿਸ ਤਰ੍ਹਾਂ ਉਹ ਕਥਾ ਆ ਰਹੀ ਹੈ, ਆਓ ਸਾਧ ਸੰਗਤ ਦੀ ਮਨ ਚਿਤ ਬਿਰਤੇ ਇਕਾਗਰ ਕਰਕੇ ਸਰਵਣ ਕਰੀਏ। ਸਰਵਣ ਕਰਨ ਤੋਂ ਪ੍ਰਥਮ ਪਰਮੇਸ਼ਰ ਦਾ ਨਾਮ ਲਈਏ। ਜਿਸ ਵਾਹਿਗੁਰੂ ਦੇ ਨਾਮ ਲਿਆ ਸਾਰੇ ਦੁੱਖ ਨਾਸ ਹੋਣੇ ਨੇ, ਜਿਸ ਪਰਮੇਸ਼ਰ ਦੇ ਨਾਮ ਲਿਆ ਸਭ ਸੁੱਖ ਆ ਕਰਕੇ ਮਿਲਨੇ ਹਨ। ਸਾਰੀਆਂ ਸੰਗਤਾਂ ਕਹੋ ਪਿਆਰ ਨਾਲ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਖਤਰੀ ਝੂਠਾ ਆਨੰਦ ਤਬ ਕਹਿ ਨਵਾਬ ਕੇ ਸਾਥ। ਕੱਲ ਸ਼ਾਮ ਦੇ ਦੀਵਾਨਾ ਚਾਵਲ ਜੀ ਨੇ ਕਥਾ ਸੁਣੀ। ਸਾਹਿਬਜ਼ਾਦੇ ਆਏ ਨਵਾਬ ਵਜ਼ੀਰ ਖਾਨ ਦੀ ਸਭਾ ਦੇ ਵਿੱਚ। ਸਾਹਿਬਜ਼ਾਦਿਆਂ ਨੇ ਸਾਧ ਸੰਗਤ ਜੀ ਨਿਡਰ ਹੋ ਕੇ ਵਿਭਾਗ ਦੇ ਨਾਲ ਬਚਨ ਕਹੇ, ਹੇ ਵਜ਼ੀਰ ਖਾਨ, ਹੇ ਝੂਠਾ ਆਨੰਦ ਖੱਤਰੀ, ਜਿਹੜੇ ਰਾਜ ਤੁਸੀਂ ਸਾਨੂੰ ਦਿੰਦੇ ਹੋ, ਸਾਡੇ ਪਿਤਾਮਾ ਦਾਦਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਉਹ ਤੁਸੀਂ ਲਾਲਚ ਦਿੱਤੇ, ਡਰਾਵੇ ਦਿੱਤੇ। ਤੁਹਾਡੇ ਉਹ ਸਾਰੇ ਲਾਲਚਾਂ ਨੂੰ ਅਸੀਂ ਆਪ ਦੀ ਜੁੱਤੀ ਦੀ ਨੋਕ ਦੇ ਨਾਲ ਠੁਕਰਾਉਂਦੇ ਹਾਂ, ਸਾਨੂੰ ਕੋਈ ਲਾਲਚ ਨਹੀਂ ਚਾਹੀਦੇ ਐਸੇ। ਇਹ ਬਚਨ ਸਾਧ ਸੰਗਤ ਜੀ ਨਿਡਰ ਵਿਭਾਗ ਹੋ ਕਰਕੇ ਕਹੇ ਹਨ। ਇਸ ਤਰ੍ਹਾਂ ਦੇ ਨਾਲ ਸਾਰੇ ਬਚਨ ਕਹੇ, ਸਾਨੂੰ ਮਰਨਾ ਪ੍ਰਵਾਨ ਹੈ, ਧਰਮ ਨਿਭਾਉਣਾ ਪ੍ਰਵਾਨ ਹੈ, ਪਰੰਤੂ ਧਰਮ ਤੋਂ ਬੇਮੁਖ ਹੋਣਾ ਪ੍ਰਵਾਨ ਨਹੀਂ ਹੈ। ਸਰੀਰ ਨੇ ਅੱਜ ਨਹੀਂ ਤੇ ਭਲਕ ਨਹੀਂ ਤੇ ਪਰਸੋਂ ਨਾਸ ਹੋ ਹੀ ਜਾਣਾ। ਆ ਦੁਨੀਆ ਦੇ ਸੁੱਖ, ਧਨ, ਸੰਪਦਾ, ਜਾਇਦਾਦ ਕਿੰਨਾ ਸਾਰਾ ਚਿਰ ਕੰਮ ਆਵੇਗੀ। ਧਨ ਤੇ ਮਨੁੱਖ ਦੇ ਜਿਉਂਦਿਆਂ ਜੀ ਪਿੱਠ ਦੇ ਜਾਂਦਾ। ਆਹ ਸਰੀਰ ਮਿਲਿਆ ਹੈ, ਇਹ ਵੀ ਅੰਤ ਦੇ ਸਮੇਂ ਸਾਥ ਨਹੀਂ ਦੇਣਾ, ਇਹਨੇ ਵੀ ਰਹਿ ਜਾਣਾ, ਇੱਥੇ ਹੀ ਨਾਲ ਹੀ ਜਾਵੇਗਾ। ਉਹ ਧਰਮ ਹੈ ਜਿਹੜਾ ਅਖੀਰ ਤੱਕ ਮਨੁੱਖ ਦੀ ਸਾਧ ਸੰਗਤ ਜੀ ਸਾਥ ਦਿੰਦਾ ਹੈ। ਪਰ ਲੋਕ ਅੰਦਰ ਧਰਮਰਾਜ ਦੇ ਪਾਸ ਜਿਸ ਵਕਤ ਲੇਖਾ ਦੇਣ ਨੂੰ ਗਏ, ਉੱਥੇ ਧਰਮਰਾਜ ਨੇ ਇਹ ਨਹੀਂ ਦੇਖਣਾ ਇਹਦੇ ਪਾਸ ਕਿੰਨੀ ਜੰਪ ਸੰਪਦਾ ਸੀ, ਇਹਦੀ ਕਿੰਨੀ ਵਡਿਆਈ ਸੋਭਾ ਸੀ, ਇਹਨੇ ਕੀ ਦੁਨੀਆ 'ਚ ਜਾ ਕਰਕੇ ਜ਼ਮੀਨਾਂ ਬਣਾਈਆਂ। ਉਹਨੇ ਇਹੀ ਦੇਖਣਾ ਹੈ ਇਸਨੇ ਧਰਮ ਆਪਦਾ ਨਿਭਾਇਆ ਕਿ ਨਾ, ਕੀ ਇਹ ਗੁਰੂ ਕੇ ਬਚਨਾਂ ਤੇ ਪੂਰਾ ਉਤਰਿਆ, ਗੁਰੂ ਦਾ ਸ਼ਬਦ ਕਮਾਇਆ ਕਿ ਨਾ ਕਮਾਇਆ। ਇਹੀ ਸਾਧ ਸੰਗਤ ਦੀ ਪਰਖ ਪਰਲੋਕ ਅੰਦਰ ਹੁੰਦੀ ਹੈ। ਸੋ ਸਾਹਿਬਜ਼ਾਦੇ ਕਹਿ ਲਗੇ, ਸਾਨੂੰ ਸਾਡਾ ਧਰਮ ਪਿਆਰਾ ਹੈ, ਤੇਰੀ ਸ਼ਰਨ ਨੂੰ ਅਸੀਂ ਜੁੱਤੀ ਦੀ ਨੋਕ ਨਾਲ ਠੁਕਰਾਉਂਦੇ ਹਾਂ। ਅਸੀਂ ਆਪ ਦਾ ਧਰਮ ਕਿਉਂ ਤਿਆਗੀਏ?
ਇਹਦੇ ਆਦਰ ਜੇ ਸਵਗਤ ਬਚਨ ਕਹੇ ਉਹ ਸਵਗਤ ਸਾਧ ਸੰਗਤ ਝੂਠਾ ਨਾਦ ਖੱਤਰੀ। ਇਹ ਨਵਾਬ ਨੂੰ ਕਹਿੰਦਾ ਹੈ ਵਜ਼ੀਰ ਖਾਂ ਨੂੰ ਕਹਿਣ ਲੱਗਾ, ਦੇਖੋ ਕਿਮ ਇਹ ਬੋਲਤੇ ਡਰਤ ਨਾ ਜੋਰਤ ਹਾਥ। ਝੂਠਾ ਨਾਦ ਕਹਿੰਦਾ ਨਵਾਬ ਵੇਖ ਆ ਇਸ ਤਰ੍ਹਾਂ ਬੋਲ ਰਹੇ ਨੇ ਨਿੱਕੇ ਨਿੱਕੇ ਬਾਲਕ, ਡਰਦੇ ਹੀ ਨਹੀਂ, ਨਾ ਤੈਨੂੰ ਸੀਸ ਝੁਕਾਉਂਦੇ ਨੇ ਨਾ ਤੇ ਇੱਥੋਂ ਡਰਦੇ ਨੇ, ਤੇ ਤੈਨੂੰ ਕਿਵੇਂ ਬੇਬਾਕ ਹੋ ਕੇ ਬੋਲ ਰਹੇ ਹਨ। ਚੌਪਈ ਬੜੇ ਹੋਏਗੇ ਪਿਤਾ ਸਮਾਨਾ। ਇਹ ਭਲਕੇ ਵੱਡੇ ਹੋ ਗਏ, ਇਹ ਆਪ ਦੇ ਪਿਤਾ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਕਲਗੀਧਰ ਮਹਾਰਾਜ ਵਰਗੇ ਹੀ ਹੋਣਗੇ। ਲਾਖੋ ਲਸਕਰ ਕੀਨ ਸਹਾਨਾ। ਇਹਨਾਂ ਦੇ ਪਿਤਾ ਨੇ ਸਾਡੀਆਂ ਲੱਖਾਂ ਫੌਜਾਂ ਨੂੰ ਮਾਰ ਦਿੱਤਾ, ਖਤਮ ਕਰ ਦਿੱਤਾ, ਇਹ ਵੀ ਵੱਡੇ ਹੋ ਕੇ ਫੌਜਾਂ ਕਤਲ ਕਰਿਆ ਕਰਨਗੇ। ਨਿਤ ਊਤਮ ਕੋ ਦੇਸ ਉਠਾਵੈ। ਇਹ ਬੜਾ ਉਤਮ ਉਪਦਰਵ ਉਠਾਉਣਗੇ, ਇਹ ਬੜਾ ਜ਼ਿਆਦਾ ਕਸ਼ਟ ਸਾਨੂੰ ਦੇਣਗੇ ਆਉਣ ਵਾਲੇ ਸਮੇਂ ਅੰਦਰ। ਇਹ ਨਹਿ ਕਹੂੰ ਸੀਸ ਨਿਵਾਵੈ। ਇਹ ਤੇ ਹੁਣ ਨਿੱਕੇ ਨਿੱਕੇ ਸਾਡੇ ਅੱਗੇ ਸੀਸ ਨਹੀਂ ਨਿਵਾਉਂਦੇ, ਝੁਕਦੇ ਨਹੀਂ, ਸਲਾਮ ਵਾਲੇਕਮ ਨਹੀਂ ਕਰਦੇ। ਆਉਣ ਵਾਲੇ ਸਮੇਂ 'ਚ ਇਹਨਾਂ ਨੇ ਬਾਦਸ਼ਾਹ ਔਰੰਗਜ਼ੇਬ ਜਾਂ ਸਰਕਾਰ ਦੇ ਅੱਗੇ ਕੀ ਝੁਕਣਾ ਹੈ। ਅਬ ਪਕਰੇ ਬਸ ਆਏ ਤੁਮਾਰੇ। ਇਹ ਵਜ਼ੀਰ ਖਾਂ ਆ ਸਮਾਂ ਹੈ, ਇਹਨੂੰ ਸਾਂਭ ਲੈ, ਹੁਣ ਪਕੜੇ ਗਏ ਨੇ, ਹੱਥ ਆਏ ਹਨ, ਇੱਕ ਵਾਰੀ ਹੱਥੋਂ ਨਿਕਲ ਕੇ ਮੁੜ ਕਾਬੂ ਨਹੀਂ ਆਉਣਾ ਇਹਨਾਂ। ਛੋਟ ਨਾ ਜਾਹੇ ਮਵਾਸ ਮਝਾਰੇ। ਇਹ ਛੁੱਟ ਨਾ ਜਾਣ, ਜੇ ਇੱਕ ਵਾਰਾਂ ਛੁੱਟ ਗਏ ਤੇ ਤੂੰ ਆਗੀ ਹੋ ਜਾਣਗੇ। ਇਨਕੋ ਅਪਰ ਨਹੀਂ ਉਪਚਾਰੂ। ਇਹਨਾਂ ਦਾ ਕੋਈ ਇਲਾਜ ਨਹੀਂ ਹੋਰ। ਕਰੋ ਹੁਕਮ ਕਹੇ ਕਰੈ ਪ੍ਰਹਾਰੂ। ਕਿਸੇ ਨੂੰ ਹੁਕਮ ਕਰ, ਇਹਨਾਂ ਨੂੰ ਸਮਾਪਤ ਕਰਾ ਦੇ, ਇਹਨਾਂ ਨੂੰ ਕਤਲ ਕਰਾ ਦੇ, ਸ਼ਹੀਦ ਕਰਾ ਦੇ, ਹੋਰ ਕੋਈ ਇਹਨਾਂ ਦਾ ਇਲਾਜ ਨਹੀਂ ਸੁਝਦਾ। ਉਹਦੇ ਸਭਾ ਮਹਿ ਖਾਨ ਮਲੇਰੀ। ਜਦੋਂ ਇਹ ਸਾਧ ਸੰਗਤ ਦੇ ਝੂਠੇ ਨੰਦ ਨੇ ਕਿਹਾ ਇਹ ਦੁੱਧ ਦੰਦੀਆਂ ਵਾਲੇ ਬਾਲਕ, ਦੁੱਧ ਪੀਂਦੇ ਬਾਲਕਾਂ ਨੂੰ ਤੂੰ ਮਰਾ ਦੇ, ਕਤਲ ਕਰਾ ਦੇ, ਉਸ ਵਕਤ ਸਾਧ ਸੰਗਤ ਜੀ ਮੁਹੰਮਦ ਖਾਨ ਸੀ, ਇਹ ਮਲੇਰਕੋਟਲੇ ਦਾ ਉਹ ਖਾਨ ਬੋਲਿਆ ਹੈ। ਸੁਣ ਕੇ ਹਤਹਿ ਜਾਨ ਬੋਲੇ ਤਿਸ ਬੇਰੀ। ਜਦੋਂ ਜਾਣ ਗਿਆ ਵੀ ਇਹ ਤੇ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਲੱਗੇ ਨੇ, ਉਸ ਵਕਤ ਸਾਧ ਸੰਗਤ ਜੀ ਮੁਹੰਮਦ ਖਾਨ ਬੋਲਿਆ, ਬਾਲਕ ਸੀਰ ਕੋਰ ਕਿਆ ਦੋਸ। ਕਹਿਣ ਲੱਗਾ ਉਹ ਵਜ਼ੀਰ ਖਾਨ ਸੁਣ, ਇਹ ਵਿਚਾਰੇ ਦੁੱਧ ਦੰਦ ਵਾਲੇ ਬਾਲਕ ਹਨ, ਦੁੱਧ ਪੀਂਦੇ ਬੱਚੇ ਨੇ, ਇਹਨਾਂ ਦਾ ਕੀ ਗੁਨਾਹ ਹੈ। ਆਨ ਲਾਗ ਕੀ ਇਨਹਿ ਨਾ ਹੋਸ। ਇਹ 5-7 ਸਾਲ ਦੀ ਉਮਰ ਦੇ ਛੋਟੇ ਬਾਲਕਾਂ ਨੂੰ ਕੀ ਪਤਾ ਕੀ ਕਿਸ ਕੰਮ 'ਚ ਲਾਭ ਹੈ, ਕਿਸ ਕੰਮ 'ਚ ਹਾਨੀ ਹੈ, ਕੌਣ ਸਾਡਾ ਆਪਣਾ ਹੈ, ਕੌਣ ਦੁਸ਼ਮਣ ਹੈ। ਇਹਨੇ ਨਿੱਕਾ ਬੱਚਿਆਂ ਨੂੰ ਕੀ ਪਤਾ, ਕੀ ਸਮਝ। ਸੁਨ ਪਾਪੀ ਤਬ ਏਵ ਨਵਾਬ। ਜਦੋਂ ਇਹਨਾਂ ਸਾਧ ਸੰਗਤ ਜੀ ਜਿਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਮਹਾਰਾਜ ਜੀ ਅੱਗੇ ਜਾ ਕੇ ਪ੍ਰਸੰਗ ਆਏਗਾ, ਜਦੋਂ ਮਹਾਰਾਜ ਨੇ ਮੁਗਲਾਂ ਦੀਆਂ ਜੜ੍ਹਾਂ ਪੁੱਟੀਆਂ, ਸਤਿਗੁਰਾਂ ਨੇ ਕਿਹਾ ਸੀ ਇੱਕ ਮਲੇਰਕੋਟਲਿਆਂ ਦੀ ਜੜ ਹਰੀ ਰਹੇਗੀ, ਬਾਕੀ ਸਭ ਅਸੀਂ ਮੁਗਲਾਂ ਦੀਆਂ ਜੜ੍ਹਾਂ ਪੁੱਟ ਦਿੱਤੀਆਂ, ਉਹ ਖੇਡ ਦਿੱਤੀਆਂ। ਇੱਕ ਉਹਨਾਂ ਨੇ ਭਾਵੇਂ ਬਚਾ ਨਾ ਸਕੇ, ਲੇਕਿਨ ਇੱਕ ਹਾ ਦਾ ਨਾਰਾ ਤੇ ਮਾਰਿਆ, ਹੱਕ 'ਚ ਤੇ ਖੜੇ ਨਾ ਸਾਹਿਬਜ਼ਾਦਿਆਂ ਦੇ ਵੀ ਇਹ ਬੱਚੇ ਨੇ, ਇਹਨਾਂ ਨੂੰ ਕਿਉਂ ਕਤਲ ਕਰਦਾ। ਸਾਧ ਸੰਗਤ ਜੀ ਉਸ ਵਕਤ ਮੁਹੰਮਦ ਖਾਨ ਮਲੇਰਕੋਟਲੀਆ ਕਹਿਣ ਲੱਗਾ, ਇਹ ਤੁਤ ਦੇਖਣ ਲੱਗਿਓ ਸਤਾਬ। ਸੋ ਕਹਿਣ ਲੱਗਾ ਇਹਨਾਂ ਨੂੰ ਮਾਰਨਾ ਯੋਗ ਨਹੀਂ, ਇਹ ਤੈਨੂੰ ਬਿਲਕੁਲ ਨਹੀਂ ਇਹ ਕੰਮ ਕਰਨਾ ਚਾਹੀਦਾ। ਇਹ ਕਹਿ ਕੇ ਸਾਧ ਸੰਗਤ ਜੀ ਉਹ ਬੈਠ ਗਿਆ, ਤੇ ਇਹ ਛੇਤੀ ਦੇ ਨਾਲ ਵਜ਼ੀਰ ਖਾਨ ਸੱਜੇ ਖੱਬੇ ਵੇਖਣ ਲੱਗਾ। ਜੇ ਨਰ ਸਨਮੁਖ ਕਿਨਹੂ ਨਾ ਮਾਨੀ। ਤੇ ਜਿਹੜੇ ਸਨਮੁਖ ਸਨ, ਸਾਹਮਣੇ ਬੈਠੇ ਸਨ, ਖੜੇ ਸਨ, ਉਹਨਾਂ ਵੱਲ ਵੇਖ ਕੇ ਕਹਿੰਦਾ ਲੋ ਕਤਲ ਕਰੋ, ਇਹਨਾਂ ਨੂੰ ਮਾਰੋ ਬੱਚਿਆਂ ਨੂੰ। ਸਭ ਵੇਖ ਕੇ ਸਾਧ ਸੰਗਤ ਜੀ ਨੀਵੀਆਂ ਪਾ ਲੈਂਦੇ, ਅੱਖਾਂ ਥੱਲੇ ਕਰ ਲੈਂਦੇ, ਕਿਸੇ ਦੀ ਹਿੰਮਤ ਨਹੀਂ ਪੈਂਦੀ ਕਹਿਣ ਦੀ ਵੀ ਲਿਆ ਔਰ ਵਜ਼ੀਰ ਖਾਨ ਅਸੀਂ ਕਤਲ ਕਰ ਦਿੰਦੇ ਆ, ਕੋਈ ਅੱਗੋਂ ਕਹਿਣ ਦੀ ਹਿੰਮਤ ਨਹੀਂ ਰੱਖਦਾ। ਹਮ ਤੇ ਬਾਲਕ ਹੋਏ ਨਾ ਹਾਨੀ। ਸਾਨੂੰ ਨੀਵੀਂ ਪਾ ਕੇ ਕੋਲਾ ਦਾ ਕਹਿ ਦਿੰਦੇ ਨੇ, ਇਹ ਵਜ਼ੀਰ ਖਾਨ ਸਾਥੋਂ ਇਹ ਨਿੱਕੇ ਨਿੱਕੇ ਬਾਲਕ ਨਹੀਂ ਮਾਰੀਦੇ। ਬੋਹਰ ਦਾਹਿਨੀ ਜਿਸ ਜਬ ਦੇ ਹੇਰਾ। ਇਹਦੇ ਸੱਜੇ ਪਾਸੇ ਆਪਨੇ ਦੇਖਦਾ ਜਿੰਨੇ ਵੱਡੇ ਵੱਡੇ ਸੂਬੇਦਾਰ ਬੈਠੇ ਨੇ, ਵੱਡੇ ਵੱਡੇ ਸੂਰਮੇ ਬਹਾਦਰ ਯੋਧੇ ਬੈਠੇ ਨੇ, ਉਹਨਾਂ ਵੱਲ ਦੇਖਦਾ ਹੈ, ਭਾਈ ਤੁਸੀਂ ਉੱਠੋ ਇਹਨਾਂ ਨੂੰ ਕਤਲ ਕਰੋ। ਨੀਵ ਗਰੀਬ ਕਰ ਫਿਰ ਤਿਸ ਬੇਰਾ। ਉਹ ਵੀ ਜਿਸ ਵਕਤ ਦੇਖਦਾ ਹੈ ਵਜ਼ੀਰ ਖਾਨ, ਉਹਨਾਂ ਨੇ ਵੀ ਨੀਵੀਆਂ ਪਾਲੀਆਂ, ਥੱਲੇ ਅੱਖਾਂ ਝੁਕਾ ਲਈਆਂ, ਕੋਈ ਹਿੰਮਤ ਨਹੀਂ ਰੱਖਦਾ ਨਿੱਕੇ ਨਿੱਕੇ ਬੇਕਸੂਰ ਬਾਲਕਾਂ ਨੂੰ ਕਤਲ ਕਰਨ ਦੀ। ਬਾਮੇ ਦਿਸ ਤਬ ਦ੍ਰਿਸ਼ਟ ਚਲਾਈ। ਫਿਰ ਖੱਬੇ ਪਾਸੇ ਪਹਿਲਾਂ ਨੇ ਸਾਹਮਣੇ ਦੇਖਿਆ, ਸਾਹਮਣੇ ਵਾਲੇ ਜਵਾਬ ਦੇ ਗਏ, ਸੱਜੇ ਵੇਖਿਆ, ਸੱਜੇ ਵਾਲਿਆਂ ਨੇ ਚੁੱਪ ਵੱਟ ਲਈ, ਹੁਣ ਖੱਬੇ ਦੇਖਦਾ ਹੈ, ਭਾਈ ਤੂੰ ਖੱਬਿਆਂ ਦੇ ਵਿੱਚੋਂ ਨੀਤਰ ਆਓ। ਨਹਿ ਕਿਨ ਮਾਨੀ ਗਿਰਾ ਅਲਾਈ। ਕਿਸੇ ਨੇ ਨਾ ਮੰਨੀ, ਕੋਈ ਨਾ ਬੋਲਿਆ, ਸਭ ਚੁੱਪ ਕਰ ਪਾ ਕੇ
ਥੱਲੇ ਸਿਰ ਝੁਕਾ ਕੇ ਬੈਠੇ ਹਨ। ਕਾਸ਼ਲ ਦਿਸ ਖਲ ਬਾਂਛਤ ਬੇਗ। ਹੜਾ ਪਾਟੇ ਨੇ ਸਾਧ ਸੰਗਤ ਜੀ ਆਪਦੇ ਮਗਰਲੇ ਪਾਸੇ ਵਜੀਦ ਖਾਨ ਨੇ ਦੇਖਿਆ, ਕੀ ਦੇਖਦਾ ਹੈ? ਪੱਛੋਂ ਦਾ ਰਹਿਣ ਵਾਲਾ ਗਿਰਜਿਆਂ ਦੇ ਵਿੱਚ ਇੱਕ ਬਾਂਛਤ ਬੇਗ ਹੈ। ਗਿਲਜਾ ਪਛਮ ਕੋਜਤ ਬੇਗ। ਪੱਛਮ ਦਾ ਗੁਜਰਾਤ ਵੱਲ ਦਾ ਮਿੰਟੂ ਉਮਰੀਵਾਲ ਦਾ ਰਹਿਣ ਵਾਲਾ ਬਾਂਛਤ ਬੇਗ, ਇਹ ਪਾਪੀ ਸਾਧ ਸੰਗਤ ਜੀ ਬੇਵਕੂਫ ਜਿਹਾ ਲੋਕ ਮਨੁੱਖ ਉਸ ਵਕਤ ਇਹਨੇ ਦੇਖਿਆ। ਲਿਓ ਬਾਲਕ ਇਤ ਦਿਸ਼ ਮਹਿ ਹੋਏ। ਉਹਦੇ ਵੱਲ ਦੇਖ ਕੇ ਕਹਿਣ ਲੱਗਾ, ਇਹ ਛੋਟੇ ਛੋਟੇ ਬਾਲਕ ਸਾਹਿਬਜ਼ਾਦੇ ਤੂੰ ਪਕੜ ਲੈ। ਧਰਤੀ ਜੁਦੇ ਕਰੋ ਸਿਰ ਦੋਏ। ਇਹਨਾਂ ਨੂੰ ਕਤਲ ਕਰ ਦੇ, ਇਹਨਾਂ ਦੇ ਸਿਰ ਜੁਦਾ ਕਰ ਦੇ ਧੜ ਤੋਂ। ਰਾਖਣ ਕੀ ਲਾਇਕ ਇਹ ਨਾਹੀ। ਇਹ ਦੋ ਸਾਹਿਬਜ਼ਾਦੇ ਰੱਖਣ ਦੇ ਜਿਉਂਦੇ ਰੱਖਣ ਦੇ ਲਾਇਕ ਨਹੀਂ, ਇਹ ਬੜੇ ਅੱਗੋਂ ਸਾਨੂੰ ਗੋਲ ਗੋਲਦੇ ਹਨ। ਆਏ ਫਤੂਰ ਦੇਸ਼ ਕੇ ਮਾਹੀ। ਇਹ ਦੇਸ਼ ਦੇ ਅੰਦਰ ਬੜਾ ਵੱਡਾ ਫਤੂਰ ਪਾਉਣਗੇ, ਉਪਦਰ ਮਚਾਉਣਗੇ। ਸੁਣ ਗਿਲਜਾ ਤਬ ਲੈ ਕਰ ਗਇਓ। ਉਸ ਵਕਤ ਵਜ਼ੀਰ ਖਾਨ ਦੇ ਬਚਨਾਂ ਨੂੰ ਸੁਣ ਕੇ ਸਾਧ ਸੰਗਤ ਜੀ ਜਿਹੜਾ ਗਿਲਜਾ ਸੀ, ਇਹਨੇ ਸਾਹਿਬਜ਼ਾਦਿਆਂ ਨੂੰ ਪਕੜ ਕੇ ਲੈ ਗਿਆ। ਓਟ ਸਭਾ ਕੇ ਹੋਵਤ ਭਇਓ। ਤੇ ਜੇ ਇੱਕ ਪਾਸੇ ਨੂੰ ਲੈ ਗਿਆ ਜਿੱਥੇ ਅੱਜ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਹੈ, ਜੋਤੀ ਸਰੂਪ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਾ ਸਥਾਨ, ਉੱਥੇ ਇਹ ਗਿਲਜਾ ਲੈ ਕੇ ਗਿਆ ਹੈ। ਕੀ ਹੁਕਮ ਹੋਇਆ ਸੀ? ਇਹਨਾਂ ਨੂੰ ਦੀਵਾਰ ਦੇ ਵਿੱਚ ਚਿਣ ਦਿਓ, ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿਓ। ਸਾਧ ਸੰਗਤ ਜੀ ਲੱਗੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ। ਜਿਸ ਵਕਤ ਤੱਕ ਛਾਤੀ ਤੱਕ ਇੱਟਾਂ ਆਉਣ, ਨੀਹਾਂ ਆਉਣ, ਨੀਹਾਂ ਸਾਧ ਸੰਗਤ ਜੀ ਜਿਹੜੀਆਂ ਸਨ ਫਟ ਜਾਇਆ ਕਰਨ, ਫਾਟ ਜਾਇਆ ਕਰਨ, ਤੇ ਉਹ ਫੁੱਟ ਕੇ ਜਿੰਨੀਆਂ ਇੱਟਾਂ ਆਉਣ ਛਾਤੀ ਤੱਕ, ਉਹ ਸਾਰੀਆਂ ਜਾ ਕਰਕੇ ਮੁਗਲਾਂ ਨੂੰ, ਇਹਨਾਂ ਪਠਾਣਾਂ ਨੂੰ ਬਚੀਆਂ ਕਰਨ। ਬੜਾ ਸਾਧ ਸੰਗਤ ਜੀ ਉਪਦਰਵ ਹੋਇਆ। ਜਿਸ ਤਰ੍ਹਾਂ ਦੇ ਨਾਲ ਭਗਤ ਸਧਨਾ ਜੀ ਦੇ ਵਕਤ ਆਏ, ਇਹ ਆਇਆ ਸੀ ਇੱਕ ਮੌਕਾ। ਸਾਹਿਬਜ਼ਾਦਿਆਂ ਸਿੱਖਾਂ ਦੇ ਵਿੱਚ ਤੇ ਭਗਤਾਂ 'ਚ ਬੜਾ ਫਰਕ ਹੈ ਖਾਲਸਾ ਜੀ। ਜਿਸ ਵਕਤ ਇਲਾਹਾਬਾਦ ਦੇ ਅੰਦਰ ਭਗਤ ਸਧਨਾ ਜੀ ਗਏ, ਇਹ ਪਹਿਲਾਂ ਆਪਾਂ ਜਾਣਦੇ ਹਾਂ ਕਸਾਈ ਸਨ। ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਭਗਤ ਸਧਨਾ ਜੀ ਦਾ ਆਉਂਦਾ, ਇੱਕ ਸ਼ਬਦ। ਜਿਸ ਵਕਤ ਇਲਾਹਾਬਾਦ ਗਏ ਤੇ ਇਲਾਹਾਬਾਦ ਦੇ ਪਾਂਡਿਆਂ ਨੇ, ਕਾਜ਼ੀਆਂ ਨੇ ਬੜੀ ਈਰਖਾ ਕੀਤੀ, ਇਹਨਾਂ ਨਾਲ ਜੈਲਸ ਕੀਤੀ। ਕਿਉਂ? ਅਸੀਂ ਵੱਡੇ ਪੁਰਾਣੇ, ਸਾਡੀ ਇੰਨੀ ਪੂਜਾ ਪ੍ਰਤਿਸ਼ਠਾ ਨਹੀਂ ਹੈ, ਜੇ ਭਗਤ ਆਇਆ ਲੋਕ ਇਹਦੇ ਮਗਰ ਲੱਗੇ ਕਿੰਨੀ ਹੁਕਮਾਂ ਕਰਦੇ ਨੇ, ਇਹਦੇ ਕਿੰਨੀ ਸ਼ਰਧਾ ਰੱਖਦੇ। ਪਰਮੇਸ਼ਰ ਦਾ ਭਗਤ ਪਿਆਰਾ ਬ੍ਰਹਮ ਗਿਆਨੀ ਮਹਾਂਪੁਰਖ ਸੀ ਸਾਧ ਸੰਗਤ ਜੀ। ਉਸ ਵਕਤ ਇਲਾਹਾਬਾਦ ਦੇ ਵਿੱਚ ਅੱਜ ਵੀ ਇੱਕ ਉੱਥੇ ਕਿਲਾ ਹੈ ਅਸ਼ੋਕ, ਉਹ ਕਿਲੇ ਦਾ ਨਾਮ ਅਸ਼ੋਕ ਕਿਲਾ ਹੈ। ਉਹ ਬਾਦਸ਼ਾਹ ਸਿਕੰਦਰ ਉਸ ਵਕਤ ਬਣਵਾ ਰਿਹਾ ਸੀ। ਜਿਹੜੀ ਗੰਗਾ ਤੇ ਜਮਨਾ ਦੋ ਦਰਿਆ ਵਗਦੇ ਨੇ, ਉਹਨਾਂ ਦੇ ਬਿਲਕੁਲ ਵਿਚਕਾਰ ਜਿਹੜੇ ਖੱਬੇ ਪਾਸੇ ਵਾਲੀ ਕੰਧ ਸੀ ਜਿੱਧਰੋਂ ਜਮਨਾ ਗੁਜ਼ਰਦੀ ਹੈ, ਉਹ ਜਿਸ ਵਕਤ ਕੰਧ ਖੜੀ ਕਰਿਆ ਕਰਨ ਤੇ ਨਾਲ ਹੀ ਐਸਾ ਜਮਨਾ ਦਾ ਸਾਧ ਸੰਗਤ ਜੀ ਪਾਣੀ ਦਾ ਹੱਲਾ ਆਵੇ, ਉਹ ਪਾਣੀ ਸਾਰੀ ਕੰਧ ਨੂੰ ਵਹਾ ਕੇ ਲੈ ਜਾਇਆ ਕਰੇ। ਅਖੀਰ ਬਾਦਸ਼ਾਹ ਨੇ ਪੁੱਛਿਆ ਕਾਜ਼ੀਆਂ ਤੋਂ, ਪੰਡਤਾਂ ਤੋਂ, ਕੋਈ ਉਪਾਅ ਦੱਸੋ, ਇਹ ਕਿਉਂ ਐਸਾ ਹੁੰਦਾ, ਕਿਵੇਂ ਰੋਕੀਏ? ਉਹ ਕਹਿਣ ਲੱਗੇ ਬਾਦਸ਼ਾਹ, ਪਤਾ ਉਹਨਾਂ ਨੂੰ ਸਾਰਾ ਸੀ, ਜਾਣ ਕੇ ਕਹਿਣ ਲੱਗੇ ਕੋਈ ਸਧਨਾ ਨਾਮ ਦਾ ਭਗਤ ਹੋਏ ਪਰਮਾਤਮਾ ਦਾ, ਪਹਿਲਾਂ ਕਸਾਈ ਹੋਵੇ ਤੇ ਹੁਣ ਭਜਨ ਕਰਦਾ ਹੋਵੇ, ਉਹਨੂੰ ਜੇਕਰ ਨੀਹਾਂ ਦੇ ਵਿੱਚ ਤੂੰ ਚਿਣਦੇ ਤਾਂ ਤੇਰੀ ਇਹ ਕਿਲੇ ਦੀ ਦੀਵਾਰ ਸਾਬਤ ਰਹਿ ਸਕਦੀ ਹੈ, ਨਹੀਂ ਤੇ ਇਹ ਖੜੇਗੀ ਨਹੀਂ। ਉਹ ਕਹਿਣ ਲੱਗਾ ਜੀ ਲੱਗੋ ਫਿਰ ਇੰਨੀ ਦੁਨੀਆ ਹੈ। ਕਹਿਣ ਲੱਗਾ ਇਤਨੀ ਦੁਨੀਆ ਮਰਦੀ ਹੈ ਰੋਜ਼ ਦੀ, ਕੋਈ ਕਿਸੇ ਤਰ੍ਹਾਂ ਦੇ ਨਾਲ ਮਰੀ ਜਾ ਰਿਹਾ। ਜੇਕਰ ਇੱਕ ਸਧਨਾ ਨਾਮ ਦਾ ਵਿਅਕਤੀ ਮਰ ਜਾਏਗਾ, ਬਾਦਸ਼ਾਹ ਕਹਿਣ ਲੱਗਾ ਜਿੱਥੇ ਇੰਨੀ ਦੁਨੀਆ ਰੋਜ਼ ਮਰਦੀ ਹੈ, ਜੇਕਰ ਇੱਕ ਸਧਨਾ ਨਾਮ ਦਾ ਵਿਅਕਤੀ ਮਰ ਜਾਏ ਤਾਂ ਕੀ ਫਰਕ ਪੈਂਦਾ? ਇੱਕ ਦੇ ਬਦਲੇ ਜੇਕਰ ਦੀਵਾਰ ਬਣਦੀ ਹੈ ਤੇ ਬਣਾ ਲਈਏ। ਇਹ ਸਾਧ ਸੰਗਤ ਜੀ ਵਿਚਾਰ ਕਰਕੇ ਉਹਨੇ ਸਧਨੇ ਨੂੰ ਲੱਭਣ ਵਾਸਤੇ ਕਹਿ ਦਿੱਤਾ ਵੀ ਜਾਓ ਲੱਭ ਕੇ ਲੈ ਕੇ ਆਓ। ਲੱਭਣਾ ਕੀ ਸੀ, ਪਤਾ ਤੇ ਉਹਨਾਂ ਨੂੰ ਹੈ ਸੀ ਕਿੱਥੇ ਹੈ। ਜਾ ਕੇ ਸਾਧ ਸੰਗਤ ਜੀ ਫੜ ਲਿਆਏ। ਜਿਸ ਵਕਤ ਫੜ ਕੇ ਲਿਆ ਕੇ ਉਸ ਵਕਤ ਸਾਧ ਸੰਗਤ ਜੀ ਦੀਵਾਰ ਦੇ ਵਿੱਚ ਚਿਣਿਆ।
ਜਿਸ ਵਕਤ ਛਾਤੀ ਤੱਕ ਇੱਟਾਂ ਆਈਆਂ ਉਸ ਵਕਤ ਸਾਧ ਸੰਗਤ ਜੀ ਭਗਤ ਸਧਨਾ ਜੀ ਨੇ ਪਰਮੇਸ਼ਰ ਦੇ ਅੱਗੇ ਫਿਰ ਫਰਿਆਦ ਕੀਤੀ, ਸ਼ਬਦ ਉਚਾਰਿਆ। ਉਹ ਜਿਹੜਾ ਆਪਾਂ ਸਾਧ ਸੰਗਤ ਜੀ ਪੜ੍ਹਦੇ ਹਾਂ ਸ਼ਬਦ, ਜੋ ਸ਼ਬਦ ਸਾਧ ਸੰਗਤ ਜੀ ਬਿਲਾਵਲ ਰਾਗ ਅੰਦਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਭਗਤ ਸਧਨਾ ਜੀ ਦਾ ਲਿਖਿਆ ਹੈ। ਭਗਤ ਸਧਨਾ ਜੀ ਕਹਿਣ ਲੱਗੇ, ਹੈ ਅਕਾਲ ਪੁਰਖ ਪਰਮਾਤਮਾ, ਮੈਨੂੰ ਇਹ ਮਾਰ ਰਹੇ ਹਨ, ਮੇਰੀ ਰੱਖਿਆ ਕਰ। ਉਸ ਵਕਤ ਕਿਹਾ, ਕਾਮ ਆਰਥੀ ਸਵਾਰਥੀ ਵਾਕੀ ਪੈਜ ਸਵਾਰੀ। ਹੈ ਅਕਾਲ ਪੁਰਖ ਵਾਹਿਗੁਰੂ, ਕਾਮ ਦਾ ਅਰਥੀ ਪ੍ਰਯੋਜਨ ਵਾਲਾ ਨਾਮ ਮਾਤਰ ਇੱਕ ਸਿੱਖ, ਉਹਦੀ ਮਹਾਰਾਜ ਤੁਸੀਂ ਪੈਜ ਸਵਾਰੀ, ਮੈਂ ਤੇ ਤੁਹਾਡਾ ਸੱਚਾ ਭਗਤ ਹਾਂ, ਮੇਰੀ ਕਿਉਂ ਨਹੀਂ ਪੈਜ ਰੱਖਦੇ। ਇਸ ਤਰ੍ਹਾਂ ਦੇ ਨਾਲ ਕਹਿਣ ਲੱਗਾ, ਤਬ ਗੁਰ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ, ਜੋ ਜੰਬਕ ਗਰਾਸੈ। ਮਹਾਰਾਜ ਤੁਹਾਡੀ ਸ਼ਰਨ ਲੈਣ ਦਾ ਕੀ ਮੈਨੂੰ ਲਾਭ ਹੋਇਆ ਜੇ ਮੇਰੇ ਕਰਮ ਹੀ ਨਾ ਨਾਸ ਹੋਵੇ। ਸ਼ੇਰ ਦੀ ਸ਼ਰਨ ਲੈਣ ਦਾ ਕੀ ਲਾਭ ਹੋਇਆ ਜੇ ਜੰਬ ਗਿੱਦੜ ਆ ਕੇ ਮਖੌਲਾਂ ਕਰਦੇ ਰਹੇ। ਇਹ ਅਕਾਲ ਪੁਰਖ ਵਾਹਿਗੁਰੂ, ਤੇਰੀ ਸ਼ਰਨ ਲਈ ਤੇਰਾ ਭਗਤ ਹਾਂ, ਤੇਰਾ ਭਜਨ ਕਰਦਾ, ਮੈਨੂੰ ਬਚਾ। ਜਿਸ ਵਕਤ ਇਹ ਬਚਨ ਕਹੇ, ਹੋ ਨਾਹੀ ਕਿਛ ਮੈਂ ਨਾਹੀ ਕਛ, ਹੋ ਨਹੀਂ ਕਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਇਹ ਬਚਨ ਕਿਹਾ ਮਹਾਰਾਜ, ਨਾ ਮੇਰੇ ਅੰਦਰ ਹੰਤਾ, ਨਾ ਮੇਰੇ ਅੰਦਰ ਮਮਤਾ, ਮੇਰੀ ਰੱਖਿਆ ਕਰ। ਉਸ ਵਕਤ ਪਰਮਾਤਮਾ ਨੇ ਐਸੀ ਕਲਾਵਤ ਪਾਈ ਸਾਧ ਸੰਗਤ ਜੀ, ਜਿੰਨੀਆਂ ਇੱਟਾਂ ਸਨ ਛਾਤੀ ਤੱਕ ਆਈਆਂ ਹੋਈਆਂ, ਸਾਹ ਔਖਾ ਹੁੰਦਾ ਸੀ, ਉਹ ਸਾਰੀਆਂ ਇੱਟਾਂ ਉੱਡ ਉੱਡ ਕੇ ਜਾ ਕੇ ਕਾਜ਼ੀਆਂ ਦੇ, ਮੁਲਾਣੀਆਂ ਦੇ, ਪੰਡਤਾਂ ਦੇ, ਬਾਦਸ਼ਾਹ ਦੇ, ਸਭਨਾਂ ਦੇ ਜਾ ਕੇ ਵੱਜੀਆਂ। ਉੱਥੋਂ ਸਾਧ ਸੰਗਤ ਦੇ ਭਗਤ ਸਧਨੇ ਦੀ ਰੱਖਿਆ ਕੀਤੀ ਪਰਮਾਤਮਾ ਨੇ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਹੋਏ। ਭਗਤ ਨਾਮਦੇਵ ਜੀ ਨੂੰ ਕਤਲ ਕਰਨ ਲੱਗੇ ਸਨ, ਸਾਧ ਘਰੀਜਾ ਬੀਤੀ ਸੁਣੀ, ਅਜੋ ਨਾ ਇਤਰੇ ਭਵਨ ਪਤੀ। ਸਲੀਮ ਸ਼ਾਹ ਨੇ ਕਿਹਾ ਸੀ, ਕਤਲ ਕਰ ਦਿਓ 8 ਘੜੀਆਂ 'ਚ, ਜੇ ਪਰਮਾਤਮਾ ਨਹੀਂ ਆਉਂਦਾ, ਜੇ ਮਰੀ ਹੋਈ ਗਾਂ ਜਿਉਂਦੀ ਨਹੀਂ ਹੁੰਦੀ। ਉਸ ਵਕਤ ਕਿਹਾ ਸੀ, ਮੁਕਤ ਮੂਏ ਹੋਏ ਜੋ ਮੁਕਤ ਦੇਵੋਗੇ, ਮੁਕਤ ਨਾ ਜਾਣਾ ਕੋਇਲਾ। ਇਹ ਪੰਡੀਆਂ ਵਕੂ ਢੇੜ ਕਹਿ ਤੇਰੀ ਪੈਜ ਪਿਛਾਉਂਦੀ ਹੋਏਗਾ। ਹੇ ਪਰਮਾਤਮਾ, ਮੈਨੂੰ ਮਰੇ ਤੋਂ ਮੁਕਤੀ ਦੇਏਗਾ, ਇਹਨਾਂ ਨੂੰ ਪੰਡਤਾਂ ਨੂੰ ਕੀ ਪਤਾ ਲੱਗਣਾ ਮੈਂ ਮੁਕਤ ਹੋਇਆ ਕਿ ਨਾ ਹੋਇਆ। ਜੇ ਹੁਣ ਮੇਰੀ ਰੱਖਿਆ ਕਰ, ਇਹ ਸਾਰਿਆਂ ਨੂੰ ਇਹਨਾਂ ਤੋਂ ਦੇਰਾ ਫੇਰ ਦੇ। ਉਸ ਵਕਤ ਭਗਤ ਦੀ ਬੇਨਤੀ ਕੀਤੀ ਤੇ ਸਾਧ ਸੰਗਤ ਜੀ ਭਗਤ ਨਾਮਦੇਵ ਦੀ ਬੇਨਤੀ ਕਰੇ ਤੋਂ ਸਾਧ ਘਰੀ ਜਬ ਬੀਤੀ ਸੁਣੀ, ਅਜੋ ਨਾ ਇਤਰੇ ਭਵਨ ਧਣੀ, ਪਾਖ ਪਖੰਤਨ ਸੋ ਆਇਲਾ, ਪਾਖ ਪਖੰਤਨ ਬਜਾਇਲਾ, ਗਰੁੜ ਚੜੇ ਗੋਬਿੰਦ ਆਇਲਾ। ਗਰੁੜ ਤੇ ਚੜ ਕੇ ਭਗਵਾਨ ਜੀ ਆ ਕੇ ਰੱਖਿਆ ਕੀਤੀ। ਲੇਕਿਨ ਕੁਰਬਾਨ ਜਾਈਏ ਸਾਧ ਸੰਗਤ ਜੀ, ਸਾਹਿਬਜ਼ਾਦਿਆਂ ਤੋਂ ਕੀ ਇਹਨਾਂ ਨੇ ਇੱਕ ਵਾਰ ਵੀ ਪੁਕਾਰ ਕੀਤੀ, 10ਵੇਂ ਪਾਤਸ਼ਾਹ ਸਾਨੂੰ ਆ ਕੇ ਬਚਾਓ? ਕੀ ਇੱਕ ਵਾਰ ਵੀ ਸਾਡੇ ਸਾਹਿਬਜ਼ਾਦਿਆਂ ਨੇ ਕਿਹਾ, हे ਪਰਮਾਤਮਾ ਸਾਡੀ ਰੱਖਿਆ ਕਰ, ਗੁਰੂ ਤੇਗ ਬਹਾਦਰ ਸਾਨੂੰ ਬਚਾਓ? ਨਹੀਂ ਸਾਧ ਸੰਗਤ ਜੀ, ਪਰ ਸਗੋਂ ਭਾਣਾ ਮੰਨਿਆ ਹੈ। ਭਾਣਾ ਮੰਨਣਾ ਇਹਨੂੰ ਕਹਿੰਦੇ ਹਨ। ਜਦੋਂ ਸਾਰੀ ਸਮਰੱਥਾ ਵੀ ਹੋਏ, ਸਾਰਾ ਸਾਧ ਸੰਗਤ ਜੀ ਕਰ ਗੁਜ਼ਾਰਨ ਵਾਲੇ ਵੀ ਹੋਣ, ਪਹੁੰਚ ਵੀ ਹੋਏ, ਫਿਰ ਵੀ ਪਰਮਾਤਮਾ ਦੀ ਰਜ਼ਾ 'ਚ ਰਾਜੀ ਰਹਿਣਾ, ਆਪਦੇ ਸਰੀਰ ਨੂੰ ਕੋਈ ਮਹੱਤਵ ਨਾ ਦੇਣਾ, ਆਪਦੀ ਜਾਨ ਨੂੰ ਸਗੋਂ ਧਰਮ ਦੇ ਖਾਤਰ ਦੇ ਦੇਣਾ, ਕੁਰਬਾਨ ਕਰ ਦੇਣਾ, ਇਹਨੂੰ ਸਾਧ ਸੰਗਤ ਜੀ ਭਾਣਾ ਕਹਿੰਦਾ ਹੈ। ਐਸੇ ਬਲਿਹਾਰ ਜਾਈਏ ਸਾਹਿਬਜ਼ਾਦਿਆਂ ਤੋਂ ਸਾਧ ਸੰਗਤ ਜੀ, ਜਿਸ ਵਕਤ ਨੀਹਾਂ ਆਈਆਂ ਛਾਤੀ ਤੱਕ ਸਾਹ ਰੁਕਦੇ ਨੇ, ਨੀਹਾਂ ਸਾਧ ਸੰਗਤ ਜੀ ਫਟ ਗਈਆਂ। ਉਸ ਵਕਤ ਕੰਧਾਂ ਫਟ ਗਈਆਂ, ਸਾਹਿਬਜ਼ਾਦੇ ਹੇਠਾਂ ਡਿੱਗੇ ਹਨ। ਪਾਪੀ ਨਿਰਦਿਆਲੂ ਮਤ ਮੰਦ, ਇਹ ਪਾਪੀ ਬਾਸ਼ਦ ਬੇਗ ਜਿਹੜਾ ਸੀ, ਨਿਰਦਿਆਲੂ ਦਇਆ ਹੈ ਨਹੀਂ ਜਿਹਦੇ ਮਨ ਅੰਦਰ, ਦੇਖਦਾ ਨਹੀਂ ਨਿੱਕੇ ਨਿੱਕੇ ਬਾਲ ਦੁੱਧ ਦੰਦੀਆਂ ਵਾਲੇ ਹਨ, ਮਤ ਮੰਦ ਭੈੜੀ ਮਤ ਵਾਲਾ। ਗਹਿ ਖੈਂਚੀ ਸ਼ਮਸ਼ੀਰ ਬਿਲੰਦ, ਇਹਨੇ ਸਾਧ ਸੰਗਤ ਜੀ ਆਪਦੀ ਮਿਆਨ ਤੋਂ ਤਲਵਾਰ ਖਿੱਚੀ ਹੈ। ਧੀਰਜ ਧਰੇ ਗੁਰੂ ਸੁਧ ਖਰੇ, ਲੇਕਿਨ ਧੀਰਜ ਨੂੰ ਧਾਰ ਕੇ ਹੌਸਲੇ ਦੇ ਨਾਲ ਗੁਰੂ ਕੇ ਸਾਹਿਬਜ਼ਾਦੇ ਦੋਵੇਂ ਉੱਠ ਕੇ ਖੜੇ ਹੋ ਗਏ। ਨਹੀਂ ਦੀਨ ਮਨ ਕੈ ਸਿਉ ਕਰੇ, ਇਹ ਬਿਲਕੁਲ ਵੀ ਸਾਧ ਸੰਗਤ ਜੀ ਡਰਦੇ ਹੀ ਨਹੀਂ, ਮਨ ਨੂੰ ਡੁਲਾਇਆ ਹੀ ਨਹੀਂ। ਦੇਖਿਆ ਸਾਹਮਣੇ ਹੁਣ ਤਲਵਾਰ ਲਈ ਖੜਾ ਹੈ, ਸਾਨੂੰ ਕਤਲ ਕਰ ਦੇਣਾ। ਉਕਾ ਮਨ ਅੰਦਰ ਸਾਧ ਸੰਗਤ ਜੀ ਡਰ ਨਾ ਲਿਆਉਂਦਾ, ਭੋ ਨਾ ਭੈ ਨਾ ਹੋਣ ਦਿੱਤਾ। ਧਰਮ ਹੇਤ
ਸਿਰ ਚਾਹਤ ਦਿਓ। ਸਗੋਂ ਜਿਸ ਤਰ੍ਹਾਂ ਕੱਲ ਆਪਾਂ ਪ੍ਰਸੰਗ ਸੁਣਿਆ ਸੀ ਕਿਵੇਂ ਸਾਹਿਬਜ਼ਾਦੇ ਇੱਕ ਦੂਜੇ ਦੇ ਨਾਲ ਭਰਾ ਦੇ ਨਾਲ ਗੱਲਾਂ ਕਰਦੇ ਨੇ। ਕਹਿਣ ਲੱਗੇ, ਬਾਬਾ ਜ਼ੋਰਾਵਰ ਸਿੰਘ ਨੇ ਪੁੱਛਿਆ, ਫਤਿਹ ਸਿੰਘ ਕੀ ਤੂੰ ਕਹਿੰਦਾ ਹੈ ਅਸੀਂ ਮੌਕੇ ਤੇ? ਬਾਬਾ ਫਤਿਹ ਸਿੰਘ ਨੇ ਕਿਹਾ ਸੀ, ਜਿਹੜਾ ਸਮਾਂ ਸਾਡੇ ਦਾਦਾ ਜੀ ਦੇ ਆਇਆ ਉਹ ਸਾਡੇ ਤੇ ਆਪ ਬਣਿਆ ਹੈ। ਸਾਡੇ ਦਾਦਾ ਜੀ ਨੇ ਆਪ ਦੇ ਕੋਲ ਦੀ ਮਰਿਆਦਾ ਨੂੰ ਕਾਇਮ ਰੱਖਿਆ। ਸੋਢੀਆਂ ਦੇ ਵਿੱਚੋਂ ਆਪਾਂ ਹਾਂ, ਮਾਤਾ ਭਾਨੀ ਜੀ ਨੇ ਬਚਨ ਲਿਆ ਸੀ, ਇਹ ਸੋਢੀਆਂ ਦੇ ਵਿੱਚੋਂ ਜਾਨ ਨਾ ਦੇਸਾਂ, ਜਾਨ ਨਾ ਦਿਆਂਗੀ ਮੈਂ ਗੁਰਦਾ ਨੂੰ। ਗੁਰੂ ਰਾਮਦਾਸ ਮਹਾਰਾਜ ਦੀ ਅੰਸ ਬੰਸ ਹਾਂ, ਗੁਰੂ ਰਾਮਦਾਸ ਮਹਾਰਾਜ ਦੇ ਸਾਹਿਬਜ਼ਾਦੇ ਗੁਰੂ ਅਰਜਨ ਸਾਹਿਬ ਜੀ ਨੇ ਸ਼ਹਾਦਤ ਦਿੱਤੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪੋਤਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹੀਦ ਹੋਏ। ਅਸੀਂ ਉਹਨਾਂ ਦੇ ਪੋਤਰੇ ਹਾਂ। ਸਾਡਾ ਵੀ ਹੁਣ ਫਰਜ਼ ਬਣਦਾ ਹੈ ਉਸ ਮਰਿਆਦਾ ਨੂੰ, ਉਸ ਕੋਲ ਦੀ ਰੀਤੀ ਨੂੰ ਬਰਕਰਾਰ ਰੱਖੀਏ। ਇਸ ਕੋਲ ਨੂੰ ਲੱਜਾ ਨਾ ਲੱਗੇ, ਕੋਈ ਕਲੰਕ ਨਾ ਲੱਗੇ। ਜਿਵੇਂ ਸਾਡੇ ਵੱਡਿਆਂ ਨੇ ਸ਼ਹਾਦਤਾਂ ਦਿੱਤੀਆਂ, ਆਪਾਂ ਵੀ ਉਵੇਂ ਸ਼ਹਾਦਤਾਂ ਦਈਏ। ਇਹ ਸਾਧ ਸੰਗਤ ਜੀ ਨਿੱਕੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਨੇ ਬਚਨ ਕਿਹਾ ਸੀ, ਸੋ ਧਰਮ ਹਿਤ ਸਿਰ ਚਾਹਤ ਦਿਓ। ਚਾਹੁੰਦੇ ਹਨ ਆਪ ਦਾ ਸੀਸ ਧਰਮ ਦੇ ਖਾਤਰ ਦੇ ਦਈਏ, ਆਪ ਦਾ ਧਰਮ ਸਾਬਤ ਰੱਖੀਏ। ਤੁਰਕਨ ਜਰਾ ਬਿਨਾਸੀ ਕੀਓ। ਸੋ ਤੁਰਕਾਂ ਦੀਆਂ ਜੜ੍ਹਾਂ ਖੇੜ ਦਈਏ, ਆਪ ਦਾ ਸਿਰ ਦੇ ਕੇ। ਸਿਮਰਹਿ ਬਾਤ ਪਿਤਾਮੇ ਕੇਰੀ। ਆਪ ਦੇ ਪਿਤਾਮੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨਾਂ ਨੂੰ ਯਾਦ ਕਰਦੇ ਹਨ। ਲਾਜ ਬੰਸ ਕੀ ਚਹੈ ਵਡੇਰੀ। ਸੋ ਬੰਸ ਸੋੜ ਬੰਸ ਦੀ ਸੋਢੀਆਂ ਦੀ ਲੱਜਾ ਨੂੰ ਚਾਹੁੰਦੇ ਹਨ ਅੱਗੇ ਵਧਾਉਣਾ। ਉਦਮ ਤਬੈ ਤਲਵਾਰ ਚਲਾਈ। ਨੀਚ ਸਾਧ ਸੰਗਤ ਜੀ ਇਸ ਬਾਸ਼ਦ ਮੇਲ ਨੇ ਉਸ ਵਕਤ ਸ੍ਰੀ ਸਾਹਿਬ ਦਾ ਵਾਰ ਕੀਤਾ। ਸਿਰ ਜੁਝਾਰ ਸਿੰਘ ਦਿਓ ਗਿਰਾਈ। ਸਭ ਤੋਂ ਪਹਿਲਾਂ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਦੇ ਉੱਤੇ ਸਾਧ ਸੰਗਤ ਜੀ ਸ੍ਰੀ ਸਾਹਿਬ ਦਾ ਵਾਰ ਕੀਤਾ ਹੈ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਮੋਹਰ ਦੂਸਰੋ ਵਾਰ ਪ੍ਰਹਾਰਾ। ਫਿਰ ਸਾਧ ਸੰਗਤ ਜੀ ਦੂਜਾ ਵਾਰ ਕੀਤਾ, ਪਹਿਲਾਂ ਬਾਬਾ ਜ਼ੋਰਾਵਰ ਸਿੰਘ ਜੀ ਦੇ ਤੇ ਦੂਜਾ ਵਾਰ ਬਾਬਾ ਫਤਿਹ ਸਿੰਘ ਜੀ ਦੇ। ਫਤਿਹ ਸਿੰਘ ਕੋ ਸੀਸ ਉਤਾਰਾ। ਇਸ ਤਰ੍ਹਾਂ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰ ਸੱਚਖੰਡ ਅੰਦਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਸ ਜਾ ਰਹੇ ਹਨ। ਹਾਹਾਕਾਰ ਜਹਾਂ ਕਹਿ ਭਇਓ। ਇਧਰ ਮਾਤ ਲੋਕ ਅੰਦਰ ਇੰਨੀ ਸਾਧ ਸੰਗਤ ਜੀ ਹਨੇਰੀ ਆਈ, ਧਰਤੀ ਕੰਬ ਗਈ, ਭੁਚਾਲ ਆਇਆ, ਬੜੀ ਹਾਹਾਕਾਰ ਮਚੀ। ਆਕਾਸ਼ ਦੇ ਵਿੱਚ ਬੱਦਲ ਹੈ ਨਹੀਂ ਤਾਂ ਵੀ ਬੜੀ ਸਾਧ ਸੰਗਤ ਜੀ ਗਰਜ ਪੈ ਰਹੀ ਹੈ। ਬੜਾ ਹਾਹਾਕਾਰ ਮਚ ਗਿਆ ਚਾਰ ਸੁਫੇਰੇ। ਜੈ ਜੈ ਸ਼ਬਦ ਸੁਨ ਮੈਂ ਥਿਓ। ਉਧਰ ਸੱਚਖੰਡ ਅੰਦਰ ਪਰਲੋਕ ਅੰਦਰ ਦੇਖਿਆ 33 ਕਰੋੜ ਦੇਵਤਿਆਂ ਨੇ ਸਾਹਿਬਜ਼ਾਦੇ ਆ ਰਹੇ ਨੇ ਸੱਚਖੰਡ ਨੂੰ। ਉਹ ਸਾਹਿਬਜ਼ਾਦਿਆਂ ਦੇ ਆਉਣ ਵਕਤ ਜੈ ਜੈਕਾਰ ਕਰ ਰਹੇ ਹਨ। ਕਹਿੰਦੇ ਨੇ ਜੈ ਹੋਏ ਜੈ ਹੋ। ਧਰਮ ਦਾ ਵੱਡਾ ਸਾਕਾ ਕਰਕੇ ਸਾਹਿਬਜ਼ਾਦੇ ਆ ਰਹੇ ਹਨ, ਆਪ ਦਾ ਧਰਮ ਨਿਭਾ ਕੇ ਆ ਰਹੇ ਹਨ। ਜੜ੍ਹਾਂ ਉਖੇੜ ਕੇ ਪਾਪੀਆਂ ਦੀਆਂ ਤੁਰਕਾਂ ਦੀਆਂ ਉਖਾੜ ਕੇ ਆ ਰਹੇ ਹਨ। ਤੁਹਾਡੀ ਜੈ ਹੋਏ ਜੈ ਹੋਏ। ਇਉਂ ਸਾਧ ਸੰਗਤ ਜੀ ਜੈ ਜੈਕਾਰ ਦੇ ਸ਼ਬਦ ਦੇਵਤੇ ਉਚਾਰ ਰਹੇ ਹਨ। ਧੰਨ ਗੁਰੂ ਸੁਤ ਧੀਰਜ ਧਾਰੀ। ਸਭ ਕਹਿੰਦੇ ਨੇ ਸਤਿਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦੇ ਹੌਸਲਾ ਰੱਖਣ, ਧੀਰਜ ਧਾਰੀ। ਧਨ ਹਨ ਡੋਲੇ ਨਹੀਂ ਥਿੜਕੇ ਨਹੀਂ। ਧਰਮ ਹੇਤ ਸਿਰ ਦਿਓ ਤਾਰੀ। ਧਰਮ ਦੇ ਵਾਸਤੇ ਆਪਦਾ ਸਿਰ ਦੇ ਦਿੱਤਾ, ਆਪਦੇ ਸਰੀਰ ਦਾ ਬਲੀਦਾਨ ਨਿਸ਼ਾਵਰ ਕਰ ਦਿੱਤਾ। ਅਲਪ ਆਰਬ ਪਕਰੇ ਹੋਏ। ਛੋਟੀ ਜੀ ਉਮਰ ਸੀ ਸਾਧ ਸੰਗਤ 5-7 ਸਾਲ ਦੀ ਕੀ ਉਮਰਾਂ ਹੁੰਦੀਆਂ ਨੇ ਬੱਚਿਆਂ ਦੀਆਂ। ਛੋਟੀ ਜੀ ਆਜੂ ਦੇ ਆਲੇ ਸਾਹਿਬਜ਼ਾਦਿਆਂ ਨੇ ਏਡਾ ਵੱਡਾ ਸਾਕਾ ਕਰ ਦਿੱਤਾ। ਬਿਰਤਾ ਅਪਰ ਕਰੇ ਇਮ ਕੋਏ। ਆਪਸ ਚ ਸਰਹੰਦ ਦੇ ਸ਼ਰਧਾ ਵਾਲੇ ਲੋਕ ਕਹਿੰਦੇ ਭਾਈ ਇੰਨੀ ਦ੍ਰਿੜਤਾ, ਇੰਨਾ ਹੌਸਲਾ, ਇੰਨੀ ਜ਼ਿਆਦੀ ਪਰਪੱਕਤਾ ਕੌਣ ਕਰ ਸਕਦਾ ਹੈ ਸਾਹਿਬਜ਼ਾਦਿਆਂ ਤੋਂ ਬਿਨਾ। ਕਿਹਦੇ ਅੰਦਰ ਇੰਨਾ ਸਾਧ ਸੰਗਤ ਜੀ ਚਾਹ ਹੈ ਆਪਣੇ ਧਰਮ ਨੂੰ ਨਿਭਾਉਣ ਦਾ। ਤੁਰਕਨ ਜਰਾ ਬਿਨਾਸੀ ਕਰਕੇ। ਤੁਰਕਾਂ ਦੀਆਂ ਜੜ੍ਹਾਂ ਨੂੰ ਉਖੇੜ ਕੇ ਗਏ ਗੁਰੂਪੁਰ ਆਨੰਦਪੁਰ ਘਰ ਕੈ। ਸੋ ਪ੍ਰਸੰਨਤਾ ਦੇ ਨਾਲ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਸ ਸੱਚਖੰਡ ਗਏ ਹਨ। ਕਰੇ ਕਲੰਕਤ ਰਿਪ ਕੁਲ ਸਾਰੇ। ਇਧਰ ਸਾਧ ਸੰਗਤ ਜੀ ਦੁਸ਼ਮਣਾਂ ਦੀ ਕੁਲ ਜਿਹੜੀ ਸੀ ਇਹ ਤੁਰਕ ਲੋਕ ਇਹਨਾਂ ਨੂੰ ਕਲੰਕਤ ਕਰ ਗਏ ਹਨ। ਮੁਗਲਾਂ ਨੂੰ ਰਾਜ ਤੇਜ ਕੋ ਸ਼ੀਨਸ ਸਾਰੇ। ਜਿੰਨਾ ਚਿਰ ਸਾਧ ਸੰਗਤ ਦੀ ਦੁਨੀਆ ਕਾਇਮ ਰਹੇਗੀ, ਇਹ ਮੁਗਲਾਂ ਉੱਪਰ ਤੁਰਕਾਂ ਦੇ ਸਾਧ ਸੰਗਤ ਦੀ ਕਲੰਕ ਰਹੇਗਾ। ਇਹਨਾਂ ਨੇ ਸਾਹਿਬਜ਼ਾਦਿਆਂ ਨੂੰ ਕਤਲ ਕੀਤਾ। ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ
ਕਹਿੰਦੇ ਹਨ ਤੁਰਕਾਂ ਨੂੰ ਨਾਸ ਕਰਨ ਵਾਸਤੇ ਸਾਹਿਬਜ਼ਾਦੇ ਸੱਚਖੰਡ ਨੂੰ ਚਲੇ ਗਏ। ਤਿਸ ਛਿਨ ਤੁਰਕ ਹਿੰਦੂ ਤਹਿ ਝਾਰੀ। ਉਸ ਵਕਤ ਸਾਧ ਸੰਗਤ ਜੀ ਜਿੰਨੇ ਹਿੰਦੂ ਤੁਰਕ ਵੀ ਹੈ ਸਨ, ਮੁਸਲਮਾਨ ਵੀ ਹੈ ਸਨ, ਸ਼ਰਧਾ ਵਾਲੇ ਭਾਵਨਾ ਵਾਲੇ, ਜਿਨ੍ਹਾਂ ਨੂੰ ਬੱਚੇ ਦੇਖ ਕੇ ਦਇਆ ਆਉਂਦੀ ਸੀ, ਉਹ ਸਾਰੇ ਤੁਰਕ ਹਿੰਦੂ ਸਿੱਖ ਖਤਰੀ ਕੋ ਬੋ ਦੇਵਤ ਗਾਰੀ। ਉਹ ਸਾਧ ਸੰਗਤ ਜੀ ਖੱਤਰੀ ਝੂਠਾ ਨਾ ਤੇ ਖੱਤਰੀ ਨੂੰ ਗਾਲਾਂ ਕੱਢਦੇ ਨੇ, ਲਾਂਤਾਂ ਪਾਉਂਦੇ ਹਨ। ਹੇ ਬੇਈਮਾਨਾ, ਬੜਾ ਤੋਂ ਵੱਡਾ ਕੋਝਾ ਕੰਮ ਕੀਤਾ, ਆ ਨਿੱਕੇ ਨਿੱਕੇ ਦੁੱਧ ਚੁੰਗਦੇ ਬੱਚਿਆਂ ਨੂੰ ਤੂੰ ਕਤਲ ਕਰਾ ਦਿੱਤਾ। ਇਹ ਦੋਖੀ ਹੈ ਬੜੋ ਚੰਡਾਲਾ। ਸਾਰੇ ਕਹਿੰਦੇ ਨੇ ਵੱਡਾ ਚੰਡਾਲ ਪਾਪੀ ਬੇਈਮਾਨ ਗੁਰੂ ਘਰ ਦਾ ਵੱਡਾ ਦੋਖੀ। ਕੱਲ ਸੁਣਿਆ ਸੀ ਤੁਸਾਂ ਪ੍ਰਸੰਗ, ਆਪਦੀ ਧੀ ਦਾ ਰਿਸ਼ਤਾ ਕਰਨਾ ਚਾਹੁੰਦਾ ਸੀ। ਸਤਿਗੁਰੂ ਮਹਾਰਾਜ ਨੇ ਦੇਖਿਆ ਇਹ ਹੰਕਾਰੀ ਹੈ, ਗੁਰੂ ਘਰ ਨੂੰ ਤੁੱਛ ਜਾਣਦਾ, ਆਪਣੇ ਆਪ ਨੂੰ ਵੱਡਾ ਸਮਝਦਾ। ਇਉਂ ਹੰਕਾਰੀ ਜਾਣ ਕੇ ਸਤਿਗੁਰੂ ਮਹਾਰਾਜ ਨੇ ਇਹਦੀ ਧੀ ਦਾ ਰਿਸ਼ਤਾ ਲੈਣ ਤੋਂ ਮਨਾ ਕਰ ਦਿੱਤਾ ਸੀ। ਇਸ ਕਰਕੇ ਸਾਧ ਸੰਗਤ ਜੀ ਇਹ ਪਾਪੀ ਦੇ ਮਨ 'ਚ ਬੜੀ ਈਰਖਾ ਸੀ, ਛਾਲ ਸੀ ਕਿ ਮੈਂ ਜਿਵੇਂ ਕਿਵੇਂ ਹੋਵਾਂ ਗੁਰੂ ਘਰ ਤੋਂ ਬਦਲਾ ਲਵਾਂ। ਅੱਗੇ ਪ੍ਰਸੰਗ ਆਉਂਦੇ ਨੇ, ਜਿਸ ਵਕਤ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਨੇ ਬਾਬਾ ਬੰਦਾ ਸਿੰਘ ਜੀ ਨੂੰ ਭੇਜਿਆ, ਉਸ ਵਕਤ ਸਾਧ ਸੰਗਤ ਜੀ ਨੂੰ ਕਤਲ ਕਰਾਇਆ। ਇਹਦੀ ਧੀ ਜਿਸ ਧੀ ਦਾ ਰਿਸ਼ਤਾ ਗੁਰੂ ਘਰ ਨਾਲ ਕਰਨਾ ਚਾਹੁੰਦਾ ਸੀ, ਉਹ ਚੰਡਾਲਾਂ ਨੂੰ ਦਿੱਤੀ ਜਾ ਕੇ ਵੀ ਦੇਖ ਤੂੰ ਆਹ ਗੁਰੂ ਘਰ ਨਾਲ ਕੀਤਾ, ਸਾਹਿਬਜ਼ਾਦੇ ਕਤਲ ਕਰਾਏ, ਤੈਨੂੰ ਤੇਰੀ ਕੀਤੀ ਦਾ ਫਲ ਦਿੰਦੇ ਹਾਂ। ਇੱਟ ਨਾਲ ਇੱਟ ਖੜਕਾਈ, ਵਜੀਦ ਖਾਨ ਨੂੰ ਸਾਸਾਂ ਧਕੇਲ ਪਾ ਕੇ ਘਸੀੜਿਆ ਸਾਰੇ ਸਰਹੰਦ ਦੇ ਵਿੱਚ। ਇਉਂ ਬੜਾ ਜ਼ੁਲਮ ਜਿਹੜਾ ਹੋਇਆ ਉਹਦਾ ਬਦਲਾ ਲਿਆ ਸੀ। ਰਹੋ ਵਿਚਾਰ ਇੱਥੇ ਕਹਿੰਦੇ ਹਨ, ਦੇਖੇ ਬਾਲਕ ਕਹਿਓ ਕਰਾਲਾ। ਸੋ ਸਾਰੇ ਕਹਿੰਦੇ ਹੇ ਝੂਠਾ ਨਾ ਦਾ ਖੱਤਰੀ, ਤੈਨੂੰ ਬੇਈਮਾਨਾ ਨਿੱਕੇ ਨਿੱਕੇ ਬਾਲਕ ਨਾ ਦਿਸੇ, ਤੈਨੂੰ ਦਇਆ ਨਾ ਇਹ ਬਾਲਕਾਂ ਦੇ, ਉਹਨਾਂ ਨੂੰ ਤੂੰ ਕਤਲ ਕਰਾ ਦਿੱਤਾ। ਸਿੱਖ ਸੰਗਤ ਕਰ ਹਾਹਾਕਾਰੇ। ਜਿੰਨੀ ਸਰਹੰਦ ਦੇ ਸਿੱਖ ਸੰਗਤਾਂ ਉਹ ਹਾਹਾਕਾਰ ਕਰ ਰਹੇ ਹਨ, ਬੜਾ ਵੱਡਾ ਸਾਕਾ ਹੋਇਆ। ਗਿਆਨੀ ਤੁਰਕਨ ਜੜਾ ਉਪਾਰੇ। ਸਭ ਸਮਝਦੇ ਨੇ, ਜਾਣਦੇ ਨੇ, ਹੁਣ ਇਹ ਤੁਰਕ ਗਏ, ਹੁਣ ਤੁਰਕਾਂ ਦੀਆਂ ਜੜ੍ਹਾਂ ਉਖੜ ਗਈਆਂ। ਸਮਝੋ ਹੁਣ ਇਹਨਾਂ ਤੁਰਕਾਂ ਦਾ ਰਾਜ ਨਹੀਂ ਰਹੇਗਾ। ਜਦੋਂ ਵੀ ਸਾਧ ਸੰਗਤ ਜੀ ਕੋਈ ਜ਼ੁਲਮ ਕਰਦਾ ਹੈ, ਜ਼ੁਲਮ ਦੇ ਵਜੋਂ ਕੋਈ ਮਹਾਪੁਰਸ਼, ਕੋਈ ਬ੍ਰਹਮ ਗਿਆਨੀ ਜਦੋਂ ਆਪ ਦਾ ਜਾਨ ਦੇ ਦੇ, ਆਪ ਦਾ ਸਰੀਰ ਦਾ ਭਾਂਡਾ ਉਹਨਾਂ ਦੇ ਭੰਨਦੇ, ਫਿਰ ਕੋਈ ਬਹੁਤਾ ਸਮਾਂ ਉਹ ਸਰਕਾਰਾਂ, ਉਹ ਹਕੂਮਤਾਂ ਰਿਹਾ ਨਹੀਂ ਕਰਦੀਆਂ, ਛੇਤੀ ਹੀ ਉਹਨਾਂ ਦਾ ਰਾਜ ਨਾਸ ਹੋ ਜਾਂਦਾ ਹੈ। ਇੱਕ ਸਿੱਖ ਟੋਡਰ ਮਲ ਬਹੁਤ ਧਨੀ। ਉਸ ਵਕਤ ਸਾਧ ਸੰਗਤ ਜੀ ਇੱਕ ਸਿੱਖ ਹੈ ਭਾਈ ਬਾਬਾ ਟੋਡਰ ਮੱਲ ਜੀ, ਬੜੇ ਧਨੀ ਹਨ, ਬੜੇ ਮਾਇਆ ਵਾਲੇ ਹਨ। ਸਾਹਿਬਜ਼ਾਦੇ ਪਕੜਨ ਸੁਣੀ। ਉਹਨਾਂ ਨੂੰ ਪਤਾ ਲੱਗਾ ਵੀ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੂੰ ਪਕੜ ਲਿਆ, ਗ੍ਰਿਫਤਾਰ ਕਰ ਲਿਆ ਵਜੀਦ ਖਾਨ ਨੇ। ਉਹਨਾਂ ਨੇ ਜਿਸ ਵਕਤ ਸੁਣਿਆ, ਹਿਰਦੇ ਵਿਚਾਰਿਓ ਧਨ ਗਨ ਦੈ ਕੈ। ਮਨ 'ਚ ਸੋਚਦਾ ਹੈ ਮੈਂ ਬਿਲਕੁਲ ਇੰਨਾ ਪਰਮੇਸ਼ਰ ਦਾ ਦਿੱਤਾ ਧਨ ਸੰਪਦਾ ਹੈ, ਮੈਂ ਧਨ ਦੇ ਕੇ ਤੁਰਕੰ ਤੇ ਸ਼ੁਰਵਾਵਨ ਕਹਿ ਕੈ। ਮੈਂ ਜਿੰਨਾ ਮੰਗਣਗੇ ਮਾਇਆ ਧਨ ਮੰਗਣਗੇ, ਮੈਂ ਛੁਡਵਾ ਲਾਂਗਾ ਸਾਹਿਬਜ਼ਾਦਿਆਂ ਨੂੰ ਧਨ ਦੇ ਕੇ। ਜਹਾਂ ਗੁਰੂ ਤਹਿ ਦਿਓ ਪੁਚਾਈ। ਜਿੱਥੇ ਗੁਰੂ ਗੋਬਿੰਦ ਸਿੰਘ ਕਲਗੀਧਰ ਮਹਾਰਾਜ ਜੀ ਹੋਣਗੇ, ਮੈਂ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਨੂੰ ਸਤਿਗੁਰਾਂ ਦੇ ਪਾਸ ਭੇਜ ਦਿਆਂਗਾ, ਉਹਨਾਂ ਨਾਲ ਮਿਲਾ ਦੇਵਾਂਗਾ। ਆਵੋ ਜਗਤ ਵਿਖੇ ਵਡਿਆਈ। ਮੇਰੀ ਬੜੀ ਸੋਭਾ ਹੋਏਗੀ, ਸਭ ਜਗਤ ਰਹਿੰਦੀ ਦੁਨੀਆ ਤੱਕ ਯਾਦ ਕਰਿਆ ਕਰਨਗੇ, ਟੋਡਰ ਮੱਲ ਨੇ ਸਾਹਿਬਜ਼ਾਦਿਆਂ ਨੂੰ ਸਤਿਗੁਰਾਂ ਨਾਲ ਮਿਲਿਆ ਸੀ, ਮੇਰੀ ਵਡਿਆਈ ਹੋਵੇਗੀ। ਕਹਾਂ ਦਰਬ ਜੋ ਸਰਬ ਵਿਨਾਸ਼ੀ। ਇਹ ਕਿੰਨਾ ਵਿਚਾਰਵਾਨ ਸਿੱਖ ਹੈ, ਕਹਿਣ ਲੱਗਾ ਆਹ ਧਨ ਦਾ ਮੈਂ ਕੀ ਕਰਨਾ ਜਿਹੜਾ ਨਾਸ ਹੋ ਜਾਣ ਵਾਲਾ ਹੈ। ਗਿਆਨੀ ਕਰਤਾਰ ਸਿੰਘ ਜੀ ਸਾਧ ਸੰਗਤ ਜੀ ਹੋਏ ਨੇ ਅੰਮ੍ਰਿਤਸਰ ਸਾਹਿਬ, ਬੜੀ ਲੰਮੀ ਸਮਾਂ ਕਥਾ ਕੀਤੀ। ਉਹਨਾਂ ਨੇ ਲਿਖਿਆ ਮਾਇਆ ਕਾਗ ਬਨੇਰੇ ਦਾ, ਮਾਇਆ ਨੂੰ ਕਿਹਾ ਹੈ ਬਨੇਰੇ ਦਾ ਕਾਂ। ਬਨੇਰੇ ਤੇ ਬੈਠੇ ਕਾਂ ਦਾ ਕੀ ਸਾਧ ਸੰਗਤ ਜੀ ਤਬਾਰ ਹੈ, ਮਿੰਟ ਦੇ ਵਿੱਚ ਉੱਡ ਜੇ, ਕਦੇ 5 ਮਿੰਟ ਬੈਠੇ, 2 ਮਿੰਟ ਬੈਠੇ, ਉਹ ਸਦਾ ਨਹੀਂ ਰਹਿੰਦਾ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਜਿਹੜੀ ਮਾਇਆ ਹੈ ਇਹ ਸਦਾ ਮਨੁੱਖ ਦੇ ਪਾਸ ਨਹੀਂ ਰਹਿੰਦੀ, ਕੁਝ ਸਮਾਂ 4 ਦਿਨ ਰਹਿੰਦੀ ਹੈ। ਵੱਡੇ ਵੱਡੇ ਅਮੀਰਾਂ ਨੂੰ ਸਾਧ ਸੰਗਤ ਜੀ ਗਰੀਬ ਮੰਗਦੇ ਹੋਏ ਦੇਖੀਦਾ ਹੈ, ਨਿੱਕੇ ਨਿੱਕੇ ਮੰਗਦਿਆਂ ਨੂੰ ਸਾਧ ਸੰਗਤ ਜੀ ਵੱਡੇ ਵੱਡੇ ਅਮੀਰ ਹੋਏ ਦੇਖੀਦਾ ਹੈ। ਟੋਡਰ ਮੱਲ ਕਹਿੰਦੇ ਇਹ ਮੈਨੂੰ ਧਨ ਦਿੱਤਾ ਹੈ, ਮੈਨੂੰ ਇਸ ਧਨ ਦਾ ਕੀ ਲਾਭ ਜੇ ਇਹਦੇ ਨਾਲ ਮੈਂ ਧਰਮ ਦਾ ਕਰਮ ਹੀ ਨਾ ਕੀਤਾ ਤੇ। ਗੁਰ ਪਦਵੀ ਦੈ ਹੈ ਅਬਿਨਾਸੀ। ਜਿਹੜੀ ਗੁਰੂ ਮਹਾਰਾਜ ਨੇ ਘਰੋਂ ਪ੍ਰਸੰਨਤਾ ਖੁਸ਼ੀ ਮਿਲੀ ਉਹ ਅਬਿਨਾਸੀ ਹੈ, ਧਨ ਤੇ ਨਾਸ਼ ਹੋਣ ਵਾਲਾ ਹੈ। ਲੇਕਿਨ ਜਿਹੜੀ ਗੁਰੂ ਕੀ ਖੁਸ਼ੀ ਮਿਲ ਕੇ ਗੁਰੂ ਦਾ ਧਰਮ ਹੈ ਇਹ ਕਦੀ ਨਾਸ਼ ਨਹੀਂ ਹੁੰਦਾ। ਇਹ ਮਨੁੱਖ ਦੇ ਸਾਧ ਸੰਗਤ ਜੀ ਜਦੋਂ ਸਰੀਰ ਚਲਾ ਵੀ ਜਾਏ, ਸੱਚਖੰਡ ਅੰਦਰ ਵੀ ਇਹ ਸਹਾਇਤਾ ਕਰਦਾ ਹੈ। ਕਰਤ ਉਤਾਇਲ ਕੀ ਚਲ ਆਵਾ। ਸੋ ਇਹਨੇ ਦੇਰ ਨਹੀਂ ਲਾਈ, ਬੜੀ ਜਲਦੀ ਨਾਲ
ਕੇ ਸਰਹੰਦ ਪਹੁੰਚਿਆ। ਸਭਾ ਵਿਖੈ ਦੇਖਤ ਦੁਖ ਪਾਵਾ। ਲੇਕਿਨ ਜਦੋਂ ਇਹ ਸਾਧ ਸੰਗਤ ਦੀ ਵਿਚਾਰਾ ਆਇਆ, ਕੀ ਦੇਖਦਾ ਹੈ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਹਨ ਤੇ ਸਾਰੀ ਸਭਾ ਮੁਰਝਾਈ ਹੋਈ ਬੈਠੀ ਹੈ। ਵਜ਼ੀਰ ਖਾਂ, ਝੂਠਾ ਨੰਦ ਖੱਤਰੀ, ਇਹ ਪਾਪੀ ਲੋਕ ਬੜੇ ਪ੍ਰਸੰਨ ਹੋ ਰਹੇ ਨੇ। ਦੇਖ ਕੇ ਬੜਾ ਮਨ ਅੰਦਰ ਝੂਰਿਆ। ਸੁਣੀ ਨਰਨ ਤੇ ਇਨਹੂ ਕਰਹਾਰੇ। ਸੁਣਿਆ ਲੋਕਾਂ ਤੋਂ ਇਹਨਾਂ ਪਾਪੀਆਂ ਬੇਈਮਾਨਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ, ਕਤਲ ਕਰ ਦਿੱਤਾ ਹੈ। ਕਰਮ ਦੁਖੀ ਚਿਤ ਮੈਂ ਤਿਸ ਬਾਰੇ। ਇੰਨਾ ਸਾਧ ਸੰਗਤ ਜੀ ਦੁਖੀ ਹੋਇਆ ਜਿਸ ਦਾ ਕੋਈ ਹਿਸਾਬ ਨਹੀਂ ਹੈ। ਜਿਵੇਂ ਕਿਸੇ ਮਨੁੱਖ ਨੇ ਬੜੀਆਂ ਉਮਰਾਂ ਦੇ ਨਾਲ ਬੜਾ ਸਾਧ ਸੰਗਤ ਜੀ ਕੁਝ ਬਣਾਇਆ ਹੋਵੇ ਤੇ ਉਹ ਇੱਕ ਖਿਣ ਚ ਨਾਸ ਹੋ ਜਾਏ, ਕਿੰਨਾ ਦੁਖੀ ਹੁੰਦਾ ਹੈ। ਇੰਨਾ ਸਾਧ ਸੰਗਤ ਜੀ ਇਹ ਦੁਖੀ ਹੋਇਆ, ਮਨ ਅੰਦਰ ਝੂਰਿਆ। ਹੋਇਓ ਤਬ ਉਤਪਾਦ ਮਿਸਾਲਾ। ਬੜਾ ਸਾਧ ਸੰਗਤ ਜੀ ਉਸ ਵਕਤ ਉਪਦਰਵ ਹੋਇਆ ਹੈ। ਕੰਪੀ ਧਰਤ ਆਏ ਪੁੰਚਾਲਾ। ਧਰਤੀ ਕੰਬੀ ਹੈ। ਬੜਾ ਸਾਧ ਸੰਗਤ ਜੀ ਭੁਚਾਲ ਆਇਆ ਉਸ ਵਕਤ ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਕੇ ਸੱਚਖੰਡ ਜਾ ਰਹੇ ਹਨ। ਐਚਤ ਕੰਕਰ ਧੂਰ ਕਨੇਰੀ। ਬੜੀ ਸਾਧ ਸੰਗਤ ਜੀ ਹਨੇਰੀ ਵਗੀ ਤੇ ਹਨੇਰੀ ਦੇ ਵਿੱਚ ਵੱਡੇ ਵੱਡੇ ਰੋੜ ਧੂੜ ਚੱਲ ਰਹੇ ਹਨ ਤੇ ਆ ਕੇ ਮੁਗਲਾਂ ਪਠਾਨਾਂ ਦੇ ਮੂੰਹ ਤੇ ਵੱਜ ਰਹੇ ਹਨ। ਬਹੀ ਬਾਗੋ ਬੇਰ ਕੁਫੇਰੀ। ਚਾਰ ਸ਼ੇਰੇ ਬੜੇ ਭੈੜੇ ਢੰਗ ਦੇ ਨਾਲ ਹਵਾ ਵਗ ਰਹੀ ਹੈ। ਸਭ ਹਿੰਦ ਕੇ ਲੋਚਨ ਰਜ ਭਰੀ। ਸਾਰਿਆਂ ਦੇ ਨੇਤਰਾਂ ਦੇ ਵਿੱਚ ਬੜੀ ਧੂੜ ਆ ਕੇ ਪੈ ਗਈ, ਸਭ ਦੀਆਂ ਅੱਖਾਂ ਬੰਦ ਹੋ ਗਈਆਂ। ਕੀ ਵਹਿਰ ਸਿਵਾ ਮੁਦ ਭਰੀ। ਸੋ ਸਾਧ ਸੰਗਤ ਜੀ ਗਿੱਦੜਾਂ ਦੀਆਂ ਬੜੀਆਂ ਆਵਾਜ਼ਾਂ ਆ ਰਹੀਆਂ ਨੇ, ਕੂਕਾਂ ਮਾਰ ਰਹੇ ਹਨ, ਪਸ਼ੂ ਪੰਛੀ ਬੜੇ ਤਰਾਹ ਤਰਾਹ ਕਰ ਰਹੇ ਹਨ। ਕਿਨ ਕਨ ਗਰਜ ਗਗਨ ਤੇ ਸੁਣੀ। ਆਕਾਸ਼ 'ਚ ਬੱਦਲ ਹੈ ਨਹੀਂ, ਸਾਫ਼ ਹੈ, ਲੇਕਿਨ ਫਿਰ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵਕਤ ਆਕਾਸ਼ 'ਚ ਬੜੀਆਂ ਗਰਜਾਂ ਪਈਆਂ ਹਨ। ਸਭ ਕੁਛ ਕਾਬਤ ਮੁੰਡੀ ਧੁਨੀ। ਸਾਰੇ ਬੜੇ ਪਛਤਾ ਰਹੇ ਨੇ, ਕਹਿੰਦੇ ਤੂੰ ਕਰਮ ਕਰ ਤੇ ਲਿਆ। ਆ ਸਾਹਿਬਜ਼ਾਦੇ ਸ਼ਹੀਦ ਹੋ ਗਏ ਸਾਰਿਆਂ ਦੇ ਸਾਹਮਣੇ, ਕੋਈ ਹਟਾ ਤਾਂ ਨਾ ਸਕਿਆ, ਲੇਕਿਨ ਬੜਾ ਮਾੜਾ ਕਰਮ ਹੋਇਆ। ਹਰ ਕੋਈ ਬੜਾ ਪਛਤਾ ਰਿਹਾ ਹੈ, ਸਿਰ ਪਿੱਟ ਰਿਹਾ ਹੈ। ਜੋ ਸਿਆਣੇ ਬੁੱਧ ਕਰਹਿ ਵਿਚਾਰਨ। ਜਿਹੜੇ ਸਿਆਣੇ ਪੁਰਸ਼ ਸੰਸਾਰ ਸੰਗਤ ਜੀ ਬਜ਼ੁਰਗ ਜਿਨ੍ਹਾਂ ਨੇ ਧਰਮ ਦੇ ਕਰਮ ਦੇਖੇ, ਵਾਹਿਗੁਰੂ ਪਰਮਾਤਮਾ ਦੇ ਕੌਤਕ ਦੇਖੇ, ਉਹ ਆਪਸ 'ਚ ਵਿਚਾਰਾਂ ਕਰਦੇ ਹਨ। ਕਰੋ ਕਹਿਰ ਬੜ ਕਰਤ ਉਚਾਰਨ। ਕਹਿਣ ਲੱਗੇ ਵੱਡਾ ਕਹਿਰ ਹੋਇਆ ਭਾਈ, ਆ ਵੱਡਾ ਕਹਿਰ ਵਰਤ ਗਿਆ, ਬੜਾ ਬੁਰਾ ਕੰਮ ਹੋਇਆ ਹੈ। ਉਠੇ ਉਪਦਰਵ ਰਾਜ ਮਿਥੁਨਸੈ। ਹੁਣ ਜ਼ਰੂਰ ਉਪਦਰਵ ਉੱਠੇਗਾ, ਐਸੀ ਬਗਾਵਤ ਹੋਵੇਗੀ, ਤੁਰਕਾਂ ਦਾ ਸਾਰਾ ਰਾਜ ਨਾਸ਼ ਹੋ ਜਾਏਗਾ। ਹੋਏ ਬਿਨਾਸੀ ਤੁਰਕ ਨਿਸੰਸੈ। ਹੁਣ ਸ਼ੰਕਾ ਨਾ ਰੱਖੋ, ਮਨ 'ਚ ਇਹ ਨਾ ਰੱਖੋ ਖਰੇ ਕੋਈ ਇਹ ਉਪਾਅ ਕਰ ਲੈਣ, ਕੋਈ ਬਖਸ਼ਾ ਲੈਣ, ਇਹ ਬਚ ਜਾਣ। ਹੁਣ ਤੁਰਕ ਨਹੀਂ ਬਚਣਗੇ, ਜ਼ਰੂਰ ਪਰ ਜ਼ਰੂਰ ਇਹ ਮਾਰੇ ਜਾਣਗੇ। ਸਕਲ ਕੁਕਰਮ ਕੁਲਸ਼ਨ ਹੀਰੇ। ਇਹਨਾਂ ਨੇ ਸਾਰੇ ਕੁਕਰਮ ਕੁਲੱਛਣ ਸਭ ਕੁਝ ਸਾਧ ਸੰਗਤ ਜੀ ਦੇਖ ਲਿਆ। ਟੋਡਰ ਮਲ ਹੋਏ ਦੁਖੀ ਕਨੇਰੇ। ਬਾਬਾ ਟੋਡਰ ਮਲ ਜੀ ਬੜੇ ਦੁਖੀ ਹੋਏ ਨੇ ਉਸ ਵਕਤ ਸਾਹਿਬਜ਼ਾਦਿਆਂ ਦੀਆਂ ਲੋਥਾਂ ਦੇਖ ਕੇ। ਗਮਨਿਓ ਤੁਰਤ ਮਾਤ ਜਹ ਬੈਸੀ। ਜਿੱਥੇ ਮਾਤਾ ਜੀ ਬੈਠੇ ਨੇ, ਮਾਤਾ ਗੁਜਰ ਕੌਰ ਜੀ, ਟੋਡਰ ਮਲ ਸਾਧ ਸੰਗਤ ਜੀ ਭੱਜ ਕੇ ਗਿਆ ਹੈ। ਇਸ ਤੋਂ ਪਹਿਲਾਂ ਬਾਬਾ ਮੋਤੀ ਮਹਿਰਾ ਜੀ ਗਏ ਦੁੱਧ ਛਕਾਉਣ ਵਾਸਤੇ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ, ਮਾਤਾ ਜੀ ਨੂੰ ਘਰ 'ਚ ਜਿੰਨੀਆਂ ਘਰ ਵਾਲੀਆਂ ਟੂਮਾਂ ਸਨ, ਧਨ ਸੀ, ਸੰਪਦਾ ਸੀ, ਜੋ ਸਾਧ ਸੰਗਤ ਜੀ ਸਿਉਣਾ ਸੀ, ਸਾਰਾ ਦੇ ਕੇ ਮੋਤੀ ਨੇ ਸਾਧ ਸੰਗਤ ਜੀ ਮਹਿਰੇ ਨੇ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਇਆ। ਜਾਨ ਨਹੀਂ ਸਨ ਦਿੰਦੇ ਤੁਰਕ, ਕਹਿੰਦੇ ਸਨ ਧਨ ਦੇ ਕੋਈ ਦੇ ਕੇ ਅੱਗੇ ਜਾਣ ਦਿਆਂਗੇ। ਜਿੰਨਾ ਧਨ ਸੀ ਸਾਰਾ ਹੀ ਲੁਟਾ ਦਿੱਤਾ ਸੀ। ਇੱਕ ਦੁੱਧ ਪਿਆਣ ਖਾਤਰ ਗੁਰੂ ਘਰ ਦੀ ਖੁਸ਼ੀ ਲੈਣੀ ਸਾਧ ਸੰਗਤ ਦੀ ਬੜੀ ਕਠਿਨ ਹੈ। ਲੇਕਿਨ ਜੇ ਇੱਕ ਵਾਰੀ ਗੁਰੂ ਘਰ ਦੀ ਪ੍ਰਸੰਨਤਾ ਮਿਲ ਜਾਏ, ਸੰਗਤ ਦੀ ਖੁਸ਼ੀ ਮਿਲ ਜਾਏ, ਮਨੁੱਖ ਦਾ ਪਾਰ ਉਤਾਰਾ ਕਰਾ ਦਿੰਦੀ ਹੈ। ਉਹ ਸਾਧ ਸੰਗਤ ਜੀ ਸੱਚਖੰਡ ਅੰਦਰ ਵੀ ਸਹਾਇਤਾ ਕਰਦੀ ਹੈ। ਸੋ ਇਹ ਟੋਡਰ ਮਲ ਮਾਤਾ ਜੀ ਦੇ ਪਾਸ ਗਿਆ ਹੈ। ਚਿੰਤਾ ਬਾਸ ਤੇਰ ਮੂਰਤ ਜੈਸੀ। ਮਾਤਾ ਜੀ ਉਧਰ ਸਾਧ ਸੰਗਤ ਜੀ ਬੈਠੇ ਸੋਚ ਰਹੇ ਨੇ, ਇਹ ਸਾਹਿਬਜ਼ਾਦੇ ਨੂੰ ਪਕੜ ਕੇ ਲੈ ਗਏ, ਪਤਾ ਨਹੀਂ ਇਹ ਮਲੇਸ਼ ਪਾਪੀ ਕੀ ਕਰਨਗੇ। ਕਰਤ ਪ੍ਰਤੀਖਿਆਨ ਪੋਤਰਨ ਕੇਰੀ। ਆਪਦੇ ਪੋਤਿਆਂ ਦੀ ਇੰਤਜ਼ਾਰ ਕਰ ਰਹੀ ਹੈ ਮਾਤਾ, ਮੇਰੇ ਪੋਤੇ ਆਉਣਗੇ। ਮਾਤਾ ਜੀਤੋ ਜੀ ਸਾਧ ਸੰਗਤ ਜੀ ਅਜੀਤ ਕੌਰ ਜਦੋਂ ਚੜ੍ਹਾਈ ਕੀਤੇ, ਨਿੱਕੇ ਨਿੱਕੇ ਸਣੇ ਦੋਵੇਂ ਸਾਹਿਬਜ਼ਾਦੇ। ਮਾਤਾ ਗੁਜਰੀ ਜੀ ਨੇ ਸਾਧ ਸੰਗਤ ਜੀ ਆਪਦੇ ਹਿੱਕ ਨਾਲ ਲਾ ਕਰਕੇ ਪਾਲੇ, ਹਰ ਵਕਤ ਸਾਹਿਬਜ਼ਾਦੇ ਨੂੰ ਆਪਣੇ ਪਾਸ ਰੱਖਿਆ ਕਰੇ। ਬੜਾ ਪ੍ਰੇਮ ਸੀ ਮਾਤਾ ਜੀ ਦਾ ਆਪਣੇ ਪੋਤਿਆਂ ਦੇ ਨਾਲ। ਉਡੀਕਦੀ ਹੈ, ਹਾਏ ਮੇਰੇ ਪੋਤੇ ਕਦੋਂ ਆਉਣਗੇ। ਸਭਾ ਵਿਖੈ ਤੇ ਆਵਹਿ ਫੇਰੀ। ਕਦੋਂ ਸਭਾ ਦੇ ਵਿੱਚੋਂ ਫੇਰੀ ਆਵੇਗੀ, ਕਦੋਂ ਕੋਈ ਆਏਗਾ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ। ਉਡੀਕਦੀ ਪਈ ਹੈ ਮਾਤਾ। ਰਹਿ ਕੈਦ ਕਿਸ ਵਿਦ ਛੁੱਟ ਜੈ ਹੈ। ਮਾਤਾ ਜੀ ਕਹਿੰਦੇ
ਕਹਿੰਦੇ ਸੋਚਦੇ ਨੇ ਆਪਦੇ ਮਨ ਅੰਦਰ, ਇਹ ਤੁਰਕ ਕਿਧਰੇ ਸਾਨੂੰ ਕੈਦ ਹੀ ਨਾ ਕਰ ਲੈਣ। ਜੇ ਇਹਨਾਂ ਨੇ ਕੈਦ ਕਰ ਲਿਆ, ਚਲੋ ਕੁਦਰਤ ਦੀ ਮੇਦ ਹੈ, ਸਾਡੇ ਗੁਰੂ ਗੋਬਿੰਦ ਸਿੰਘ ਸਾਡੇ ਸਾਹਿਬਜ਼ਾਦੇ ਕੋਈ ਕਰਨਗੇ ਉਪਾਅ ਸਿੱਖ, ਸਾਨੂੰ ਕਿੰਨਾ ਕੁ ਸਮਾਂ ਕੈਦ 'ਚ ਰੱਖਣਗੇ, ਅਖੀਰ ਛੁਡਾ ਹੀ ਲੈਣਗੇ। ਜੀਵਤ ਪੁਨ ਸਭ ਹੂੰ ਸੁਖ ਪੈ ਹੈ। ਫਿਰ ਅਸੀਂ ਸਾਰਾ ਪਰਿਵਾਰ ਮਿਲ ਜਾਾਂਗੇ, ਬੜੇ ਖੁਸ਼ ਹੋਵਾਂਗੇ। ਉਹ ਮਾਤਾ ਜੀ ਆਪਦੇ ਮਨ ਅੰਦਰ ਵਿਚਾਰਾਂ ਕਰਦੇ ਨੇ, ਸੁੱਖਾਂ ਸੁੱਖ ਦੇ ਖਾਣਾ। ਆਤੁ ਪ੍ਰਿਯ ਮਨ ਕੇ ਸ਼ੋਰ ਅਕੇਲੀ। ਬਹੁਤੇ ਮਨ ਦੇ ਪਿਆਰੇ ਸਾਹਿਬਜ਼ਾਦੇ ਮਾਤਾ ਜੀ ਨੂੰ ਕੱਲੀ ਨੂੰ ਛੱਡ ਕੇ ਆਪ ਚਲੇ ਗਏ। ਗਏ ਤੁਰਕ ਜਹ ਸਭਾ ਸੁਕੇਲੀ। ਜਿੱਥੇ ਸਭਾ ਲੱਗੀ ਸੀ ਉੱਥੇ ਸਾਹਿਬਜ਼ਾਦੇ ਗਏ ਸੁਬਹ ਦੇ, ਤੇ ਮਾਤਾ ਜੀ ਦੁਪਹਿਰ ਢਲਣ ਵਾਲੀ ਹੈ ਤੇ ਉਡੀਕੀ ਜਾ ਰਹੇ ਹਨ। ਅਬ ਹੈ ਬੀਤਿਓ ਚਿਰਕਾਲ। ਮਾਤਾ ਜੀ ਕਹਿੰਦੇ ਬੜਾ ਲੰਮਾ ਸਮਾਂ ਗੁਜ਼ਰ ਗਿਆ, ਅਜੇ ਤੱਕ ਆਏ ਨਹੀਂ ਸਾਹਿਬਜ਼ਾਦੇ, ਆ ਜਾਣਾ ਚਾਹੀਦਾ ਹੁਣ ਤੱਕ। ਇਵ ਮਾਤਾ ਚਿਤ ਚਿੰਤ ਵਿਸਾਲ। ਮਾਤਾ ਜੀ ਦੇ ਮਨ 'ਚ ਬੜੀ ਚਿੰਤਾ ਫਿਕਰ ਲੱਗਾ ਹੋਇਆ ਹੈ। ਇਤਨੇ ਮੈਂ ਟੋਡਰ ਮਲ ਗਇਓ। ਇਹਨੇ ਜਿੱਤ ਸਾਧ ਸੰਗਤ ਜੀ ਬਾਬਾ ਟੋਡਰ ਮਲ ਜੀ ਆਏ ਮਾਤਾ ਜੀ ਦੇ ਪਾਸ ਖਬਰ ਲੈ ਕੇ। ਹਾਥ ਜੋੜ ਪਗ ਮੰਦਤ ਭਇਓ। ਹੱਥ ਜੋੜੇ ਨਮਸਕਾਰ ਕੀਤੀ, ਚਰਨਾਂ ਤੇ ਮਾਤਾ ਜੀ ਦੇ ਮੱਥਾ ਟੇਕਿਆ। ਬਿਰਬਲ ਅਸਨ ਬਦਨ ਪਖਾਰਾ। ਸਾਧ ਸੰਗਤ ਜੀ ਮੁਖ ਦਾ ਚਿਹਰੇ ਦਾ ਰੰਗ ਪੀਲਾ ਹੋਇਆ ਪਿਆ, ਮੂੰਹ ਸੁੱਕਾ ਪਿਆ ਹੈ, ਚਾਹੁੰਦਾ ਹੈ ਦੱਸਣਾ ਮਗਰ ਮੂੰਹ 'ਚੋਂ ਆਵਾਜ਼ ਨਹੀਂ ਨਿਕਲਦੀ। ਰੁਕਿਓ ਕੰਠ ਨਹਿ ਜਾਏ ਉਚਾਰਾ। ਗਲਾ ਹੀ ਰੁਕਿਆ ਪਿਆ, ਅੰਦਰੋਂ ਮਨ ਕਰਦਾ ਮੈਂ ਬੋਲ ਕੇ ਦੱਸਾਂ ਮਾਤਾ ਜੀ ਸਾਹਿਬਜ਼ਾਦੇ ਨਹੀਂ ਰਹੇ, ਲੇਕਿਨ ਗਲੇ ਤੱਕ ਸਾਧ ਸੰਗਤ ਜੀ ਥੱਲਿਓਂ ਆਵਾਜ਼ ਉੱਠਦੀ, ਗਲੇ ਤੋਂ ਅੱਗੇ ਬਾਹਰ ਹੀ ਨਹੀਂ ਨਿਕਲਦੀ, ਗਲਾ ਬੰਦ ਹੋਇਆ ਪਿਆ ਹੈ। ਏਕ ਦਸ਼ਾ ਤਿਸ ਕੀ ਦੁਖ ਵਾਰੀ। ਜਦੋਂ ਮਾਤਾ ਜੀ ਨੇ ਦੇਖਿਆ ਟੋਡਰ ਮਲ ਝੂਰੀ ਜਾ ਰਿਹਾ, ਰੋਈ ਜਾ ਰਿਹਾ, ਕੰਬੀ ਜਾ ਰਿਹਾ, ਮੁਕਤ ਬੋਲਦਾ ਨਹੀਂ, ਮੂੰਹ ਦਾ ਰੰਗ ਉੱਡਿਆ ਪਿਆ ਹੈ। ਉਠਿਓ ਹੋਲ ਉਲਮਾਤ ਵਿਚਾਰੀ। ਉਸ ਵਕਤ ਸਾਧ ਸੰਗਤ ਜੀ ਸਭਨਾਂ ਦੇ ਸਤਿਕਾਰਯੋਗ ਪਰਮ ਪੂਜਨੀਕ ਮਾਤਾ ਗੁਜਰ ਕੌਰ ਜੀ ਸਮਝ ਗਏ, ਕਾਰਾ ਵਰਤ ਗਿਆ, ਸਾਹਿਬਜ਼ਾਦੇ ਸਾਕਾ ਵਰਤਾ ਗਏ ਹਨ। ਕਹੋ ਭਾਈ ਤੂੰ ਆਇਓ ਕੌਣ। ਫਿਰ ਵੀ ਨਿਸ਼ਚੈ ਕਰਨ ਵਾਸਤੇ ਮਾਤਾ ਜੀ ਪੁੱਛਦੇ, ਹੈ ਸਿੱਖਾ ਤੂੰ ਕੌਣ ਹੈ, ਤੂੰ ਕੀ ਕਰਨ ਆਇਆ ਮੇਰੇ ਪਾਸ, ਤੂੰ ਕਿਉਂ ਆਇਆ ਹੈ, ਕੀ ਕਿਉਂ ਖੜਾ ਮੇਰੇ ਵੱਲ ਦੇਖ ਰਿਹਾ ਹੈ। ਕਹਵਾਂ ਤੇ ਦੁਖੀ ਹੇਤ ਕਹੋ ਕੌਣ। ਮਾਤਾ ਜੀ ਕਹਿੰਦੇ ਤੂੰ ਕੌਣ ਹੈ, ਕਿਉਂ ਇਨਾ ਦੁਖੀ ਹੈ, ਕਿਉਂ ਬੇਬਲ ਹੋ ਰਿਹਾ ਹੈ। ਕਿਆ ਪੂਜਤ ਬੈਠੀ ਅਮਮਾਤ। ਮਾਤਾ ਜੀ ਪੁੱਛਦੇ ਨੇ ਹੁਣ ਤੂੰ ਦੱਸ ਕਿਉਂ ਕੀ ਕਹਿੰਦਾ ਹੈ। ਅੱਗੋਂ ਟੋਡਰ ਮਲ ਬੋਲਿਆ, ਮਾਤਾ ਜੀ ਬੈਠੇ ਤੁਸੀਂ ਮੈਥੋਂ ਕੀ ਪੁੱਛਦੇ ਜੇ। ਮਰਦ ਪਿਖੈ ਮੈਂ ਦੁਐ ਗੁਣ ਤਾਤ। ਸਤਿਗੁਰਾਂ ਦੇ ਸਾਹਿਬਜ਼ਾਦੇ ਦੋਵੇਂ ਮੈਂ ਵੇਖ ਕੇ ਆਇਆ ਸਭਾ ਦੇ ਅੰਦਰ। ਜੀਵਤ ਰਹਿਓ ਫਟੀ ਨਹਿ ਛਾਤੀ। ਮੈਂ ਜੋ ਦੇਖ ਕੇ ਆਇਆ ਤਾਰਾ, ਮਾਤਾ ਜੀ ਮੇਰੀ ਜਿਉਂਦਿਆਂ ਦੀ ਛਾਤੀ ਕਿਉਂ ਨਾ ਪਾਟ ਗਈ, ਮੈਂ ਮਰ ਕਿਉਂ ਨਾ ਗਿਆ ਉਸੇ ਥਾਂ, ਮੈਂ ਐਡਾ ਪਾਪੀ। ਉਹ ਸਾਹਿਬਜ਼ਾਦਿਆਂ ਦੀ ਖਬਰ ਮਾਤਾ ਜੀ ਤੁਹਾਡੇ ਪਾਸ ਲੈ ਕੇ ਆ ਗਿਆ ਹਾਂ, ਮੈਨੂੰ ਚਾਹੀਦਾ ਸੀ ਮੈਂ ਉੱਥੇ ਹੀ ਮਰ ਜਾਂਦਾ। ਮੋਤੇ ਕੋਮਲ ਪਾਹਨ ਜਾਤੀ। ਸੋ ਕਹਿਣ ਲੱਗੇ ਫਿਰ ਪੜੋ, ਮੋਤੇ ਕੋਮਲ ਪਾਹਨ ਜਾਤੀ। ਕਹਿਣ ਲੱਗਾ ਮੇਥੋਂ ਤੇ ਕੋਮਲ ਪੱਥਰ ਹੀ ਹੋਣਗੇ, ਮੇਰਾ ਮਨ ਮੇਰਾ ਹਿਰਦਾ ਤੇ ਪੱਥਰ ਤੋਂ ਵੀ ਭੈੜਾ ਨਿਕਲਿਆ, ਮੇਰਾ ਮਨ ਪੱਥਰ ਤੋਂ ਵੀ ਸਖਤ ਹੈ, ਮੈਂ ਸਮਝਦਾ ਮੇਰੇ ਤੋਂ ਕੋਮਲ ਪੱਥਰ ਹੀ ਹੋਣਗੇ। ਮੈਂ ਨਿਰਭਾਗ ਬਤਾਵਨ ਆਇਓ। ਮੈਂ ਭਾਗਾਂ ਤੋਂ ਹੀਣਾ ਪਾਪੀ ਮਨੁੱਖ ਤੁਹਾਨੂੰ ਦੱਸਣ ਆ ਗਿਆ ਹਾਂ, ਏਡੀ ਭੈੜੀ ਖਬਰ ਦੇਣ ਆ ਗਿਆ। ਨਹਿ ਗੁਰ ਪੁੱਤਰਨ ਸੰਗ ਸੁਧਾਇਓ। ਮੈਂ ਕਿਉਂ ਨਾ ਸਾਹਿਬਜ਼ਾਦਿਆਂ ਦੇ ਨਾਲ ਹੀ ਸੱਚਖੰਡ ਚਲਾ ਗਿਆ, ਮੈਂ ਚਾਹੁੰਦਾ ਹਾਂ ਮੈਂ ਵੀ ਮਰ ਜਾਂਦਾ, ਮੈਨੂੰ ਵੀ ਕਤਲ ਕਰ ਦਿੰਦੇ, ਮਗਰ ਮੈਂ ਪਾਪੀ ਨੇ ਭਾਗੜਾ ਮਾਤਾ ਤੈਨੂੰ ਸੁਨੇਹਾ ਦੇਣ ਲਈ ਆ ਗਿਆ। ਘਰ ਕੋ ਦਰਬ ਸਰਬ ਮੈਂ ਦੇਤ। ਚਾਹੁੰਦਾ ਸਾਂ ਮਾਤਾ ਮੈਂ ਯਤਨ ਤੇ ਬੜਾ ਕੀਤਾ, ਆਪਦੇ ਘਰ ਦਾ ਜਿੰਨਾ ਧਨ ਸੀ ਘਰ ਸਭ ਕੁਝ ਮੈਂ ਦੇਣ ਨੂੰ ਤਿਆਰ ਸਾਂ। ਜੋ ਕੋ ਕਰ ਬਚਾਏ ਸੋ ਲੇਤ। ਮੈਂ ਜਿਵੇਂ ਕਿਵੇਂ ਹੁੰਦਾ, ਭਾਵੇਂ ਮੈਂ ਉਧਾਰੇ ਮੰਗਦਾ, ਜਿਵੇਂ ਭਾਵੇਂ ਮੈਂ ਕੋਈ ਇਕਰਾਰ ਕਰਦਾ, ਮੈਂ ਜੇ ਸਮੇਂ ਸਿਰ ਆ ਜਾਂਦਾ ਮਾਤਾ ਮੈਂ ਬਚਾ ਲੈਣਾ ਸੀ। ਕਿਆ ਮੈਂ ਕਰੂੰ ਬਤਾਵਨ ਕੋਈ। ਹੁਣ ਮਾਤਾ ਮੈਂ ਤੈਨੂੰ ਕੀ ਦੱਸਾਂ, ਮੈਂ ਸਿੱਖੀ ਮਮ ਸਾਬਤ ਹੋਈ। ਮੈਥੋਂ ਸਿੱਖੀ ਨਾ ਸਾਬਤ ਰੱਖੀ ਗਈ, ਮੈਂ ਮਾਤਾ ਗੈਰ ਸਿੱਖਾਂ 'ਚ ਗਿਣਿਆ ਜਾਵਾਂਗਾ। ਲੋਕਾਂ ਨੇ ਪੁੱਛਣਾ ਕੋਈ ਸਿੱਖ ਹੈ ਨਹੀਂ ਸੀ ਜਦੋਂ ਸਾਹਿਬਜ਼ਾਦੇ ਸ਼ਹੀਦ ਹੋਏ, ਕਿਸੇ ਨੇ ਬਚਾਇਆ ਨਾ। ਜੇ ਕੋਈ ਸਿੱਖ ਹੁੰਦਾ, ਸਿੱਖ ਆਪਦੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਤੋਂ ਪਹਿਲਾਂ ਆਪ ਨਾ ਮਰ ਜਾਂਦਾ। ਮਾਤਾ ਮੇਰੀ ਸਿੱਖੀ ਸਾਬਤ ਨਾ ਰਹੀ, ਮੈਂ ਸਿੱਖ ਅਧੂਰਾ ਗਿਣਿਆ ਜਾਵਾਂਗਾ। ਸੁਣਿਓ ਬਾਕ ਖਰਬਾਨ ਸਮਾਨ। ਸੋ ਸਾਧ ਸੰਗਤ ਜੀ ਇਹ ਬਚਨ ਕਹੇ ਹੋਏ ਟੋਡਰ ਮਲ ਦੇ ਮਾਤਾ ਜੀ ਦੇ ਵਾਸਤੇ ਤੀਰ ਦੇ ਸਮਾਨ ਲੱਗੇ ਹਨ। ਜਿਵੇਂ ਤੀਰ ਆ ਕੇ ਵੱਜਦਾ
ਇਉਂ ਟੋਡਰਮਲ ਦੇ ਕਹੇ ਹੋਏ ਬਚਨ ਮਾਤਾ ਜੀ ਦੇ ਹਿਰਦੇ ਨੂੰ ਵਿੰਨ ਗਏ। ਲਗਿਓ ਕਾਨ ਬਿੰਦ ਹਿਰਦਾ ਨਿਸ਼ਾਨ। ਉਹ ਸਾਧ ਸੰਗਤ ਜਿਵੇਂ ਹਿਰਦਾ ਵਿੰਨਿਆ ਜਾਂਦਾ ਹੈ, ਇਉਂ ਸਮਝ ਲਓ ਸਾਧ ਸੰਗਤ ਜੀ ਮਾਤਾ ਜੀ ਦਾ ਦਿਲ ਟੁੱਟ ਗਿਆ। ਦਾਦਾ ਦਾਦੀ ਨੂੰ, ਬਜ਼ੁਰਗਾਂ ਨੂੰ ਆਪਦੇ ਸਾਧ ਸੰਗਤ ਜਿਵੇਂ ਸਿਆਣਿਆਂ ਦੀ ਅਖਾਉਣ ਹੈ, ਲੋਕ ਆਮ ਬੋਲਦੇ ਨੇ ਵੀ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਆਪਦੇ ਪੁੱਤ ਨਾਲੋਂ ਪੋਤੇ ਜ਼ਿਆਦਾ ਪਿਆਰੇ ਹੁੰਦੇ ਨੇ। ਮਾਤਾ ਜੀ ਨੂੰ ਆਪਦੇ ਪੋਤੇ ਸਾਹਿਬਜ਼ਾਦੇ ਬਹੁਤੇ ਪਿਆਰੇ ਸਨ। ਜਦੋਂ ਪਤਾ ਲੱਗਾ ਸਾਹਿਬਜ਼ਾਦੇ ਸੱਚਖੰਡ ਚਲੇ ਗਏ, ਮਾਤਾ ਜੀ ਤੋਂ ਬੋਲਿਆ ਨਾ ਗਿਆ। ਅੱਗੋਂ ਉੱਪਰ ਕਰਕੇ ਜੁਟ ਗਏ ਬ੍ਰਦਨਮ। ਮਾਤਾ ਜੀ ਸਾਧ ਸੰਗਤ ਜੀ ਉਸ ਵਕਤ ਚੁੱਪ ਕਰ ਗਏ ਹਨ। ਚੁੱਪ ਕਰਕੇ ਉਸ ਵਕਤ ਜਿਵੇਂ ਆਪਾਂ ਸਮਝਦੇ ਹਾਂ, ਮਿਲ ਪੋਤਨ ਗੁਰਪੁਰੀ ਪਧਾਰੇ। ਆਪਾਂ ਜਾਣਦੇ ਹਾਂ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਨੇ ਬਚਿੱਤਰ ਨਾਟਕ ਅੰਦਰ ਸਾਧ ਸੰਗਤ ਜੀ ਲਿਖਿਆ ਹੈ ਬਚਨ, ਜਿਸ ਵਕਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅਸਾਮ ਗਏ ਹਨ। ਇਹ ਪਹਿਲਾਂ ਬਰਾਗ ਰਾਜ ਤੇ ਗਏ ਮਹਾਰਾਜ ਜੀ ਤੇ ਮਾਤਾ ਗੁਜਰ ਕੌਰ ਜੀ। ਉੱਥੇ ਜਾ ਕੇ ਯੋਗ ਸਾਧਨਾ ਕੀਤੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਮਾਤਾ ਗੁਜਰ ਕੌਰ ਜੀ ਬੜੇ ਵੱਡੇ ਸਾਧ ਸੰਗਤ ਯੋਗਾ ਅਭਿਆਸੀ ਸਨ। ਯੋਗ ਪ੍ਰਾਣਾਯਾਮ ਦੇ ਬੜੇ ਵੱਡੇ ਸਾਧ ਸੰਗਤ ਜੀ, ਇਹਨਾਂ ਨੂੰ ਗਿਆਨ ਸੀ। ਉਸ ਵਕਤ ਮਾਤਾ ਜੀ ਨੇ ਬਾਲਕਾਂ ਦਾ ਸੱਚਖੰਡ ਜਾਣਾ ਸੁਣਿਆ। ਉਸ ਵਕਤ ਚੌਂਕੜਾ ਲਾਇਆ ਹੈ। ਪਦਮ ਆਸਨ 'ਚ ਮਾਤਾ ਜੀ ਬੈਠ ਕੇ ਸਾਧ ਸੰਗਤ ਜੀ ਜਿਹੜਾ ਦਸਮ ਦੁਆਰ ਦੀ ਸਾਧ ਸੰਗਤ ਜੀ ਰੁਦਰ ਨਾੜੀ ਹੁੰਦੀ ਹੈ, ਉਸ ਨਾੜੀ ਰਾਹੀਂ ਮਾਤਾ ਜੀ ਨੇ ਆਪਦੇ ਸਵਾਸ ਚੜਾ ਲਏ। ਬੈਠੇ ਹੋਏ ਮਾਤਾ ਜੀ ਸੱਚਖੰਡ ਚਲੇ ਗਏ। ਮਿਲ ਪੁੱਤਰਨ ਗੁਰਪੁਰੀ ਪਧਾਰੇ। ਗੁਰਪੁਰੀ ਨੂੰ ਸੱਚਖੰਡ ਜੀ ਨੂੰ ਮਾਤਾ ਜੀ ਵੀ ਅੱਜ ਦੇ ਦਿਨ ਸਾਧ ਸੰਗਤ ਜੀ ਚਲੇ ਗਏ ਹਨ। ਤੀਨੋਂ ਤਨ ਟੋਡਰ ਸਸਕਾਰੇ। ਬਾਬਾ ਟੋਡਰਮਲ ਜੀ ਨੇ ਸਾਧ ਸੰਗਤ ਜੀ ਤਿੰਨਾਂ ਦੇ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਜੀ, ਮਾਤਾ ਗੁਜਰ ਕੌਰ ਜੀ, ਇਹਨਾਂ ਤਿੰਨਾਂ ਦੇ ਸਰੀਰਾਂ ਦਾ ਸੰਸਕਾਰ ਕੀਤਾ ਹੈ। ਚੁਣੇ ਪੁਸ਼ਪ ਬਾਸਨ ਨਹਿ ਡਾਰੇ। ਸੋ ਸਾਧ ਸੰਗਤ ਜੀ ਚੁਣੇ ਪੁਸ਼ਪ ਅੰਗੀਠੇ ਦੇ ਵਿੱਚੋਂ ਜਿਹੜੇ ਫੁੱਲ ਚੁਣੇ ਹਨ ਤੇ ਬਾਸਨ ਨਹਿ ਡਾਰੇ, ਉੱਥੇ ਹੀ ਸਾਧ ਸੰਗਤ ਜੀ ਧਰਤੀ ਪੁੱਟੇ ਜਿੱਥੇ ਸੰਸਕਾਰ ਕੀਤਾ, ਉੱਥੇ ਸਾਹਿਬਜ਼ਾਦਿਆਂ ਦੇ ਜਿਹੜੇ ਫੁੱਲ ਸਨ, ਮਾਤਾ ਜੀ ਦੇ ਫੁੱਲ ਉੱਥੇ ਹੀ ਦਬਾ ਦਿੱਤੇ ਹਨ। ਇਹ ਸਾਰਾ ਸਾਧ ਸੰਗਤ ਜੀ ਪ੍ਰਸੰਗ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ। ਹੁਣ ਸਮਾਂ ਇੱਥੇ ਸਮਾਪਤ ਹੈ। ਆਪ ਜੀ ਸੰਖੇਪ ਨਾਲ ਲੱਗੇ ਦਾ ਪ੍ਰਸੰਗ ਸੁਣ ਲਓ। ਇਹ ਸਾਰਾ ਪ੍ਰਸੰਗ ਨੂਰਾ ਮਾਹੀ ਸੁਣਾ ਰਿਹਾ। ਰਾਏ ਕੱਲੇ ਨੇ ਭੇਜਿਆ ਸੀ ਜਿਹੜਾ 4 ਪਹਿਰਾਂ ਦੇ ਵਿੱਚ ਸਰਹੰਦ ਜਾ ਕੇ ਸਾਰਾ 80 ਕੋਹ ਦਾ ਪੈੜਾ ਸੀ। ਇੰਨੀ ਜਲਦੀ ਗੁਰੂ ਕਿਰਪਾ ਨਾਲ ਇਹਨੇ ਸਰ ਕੀਤਾ ਸਾਰਾ ਪੈਂਡਾ ਆਇਆ ਵਾਪਸ ਸਤਿਗੁਰਾਂ ਨੂੰ। ਇਹ ਸੁਣਾ ਰਿਹਾ ਹੈ। ਜਿਸ ਵਕਤ ਸਾਧ ਸੰਗਤ ਜੀ ਟੋਡਰਮਲ ਦਾ ਪ੍ਰਸੰਗ ਸੁਣਾਉਣ ਲੱਗਾ, ਨੂਰਾ ਮਾਹੀ ਸਤਿਗੁਰੂ ਜੀ ਆਪਦੇ ਸਿੰਘਾਸਣ ਤੋਂ ਉੱਠੇ ਹਨ। ਉੱਠ ਕਰਕੇ ਕਾਈ ਦਾ ਬੂਟਾ ਸੀ, ਉਹਦੇ ਅੰਦਰ ਸਾਧ ਸੰਗਤ ਜੀ ਕਰਦ ਦੇ ਨਾਲ, ਤੀਰ ਦੇ ਨਾਲ ਉਹਦੀਆਂ ਜੜ੍ਹਾਂ ਨੂੰ ਮਿੱਟੀ ਵਿੱਚੋਂ ਨਿਕਾਲ ਰਹੇ ਨੇ। ਜਿਸ ਵਕਤ ਇਹਨਾਂ ਬਚਨ ਕਿਹਾ ਨੂਰੇ ਮਾਹੀ ਨੇ, ਸਤਿਗੁਰੂ ਜੀ ਟੋਡਰਮਲ ਨੇ ਸੰਸਕਾਰ ਦਿੱਤਾ ਤਿੰਨਾਂ ਦੇ ਸਰੀਰਾਂ ਨੂੰ। ਸਤਿਗੁਰੂ ਮਹਾਰਾਜ ਨੇ ਉਸ ਵਕਤ ਕਾਹੀ ਦਾ ਬੂਟਾ ਪੁੱਟਿਆ। ਪੁੱਟਣ ਵਕਤ ਇਹਨਾਂ ਬਚਨ ਕਿਹਾ ਸੀ, ਇੱਕ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਮਲੇਰਕੋਟਲੀਏ ਨੇ, ਇੱਕ ਕੇਵਲ ਤੇ ਕੇਵਲ ਮਲੇਰਕੋਟੀਆਂ ਦੀ ਜੜ ਹਰੀ ਰਹੇਗੀ। ਅਸੀਂ ਬਾਕੀ ਸਭ ਤੁਰਕਾਂ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਹਨ। ਹੁਣ ਇਹ ਤੁਰਕਾਂ ਦਾ ਰਾਜ ਜਲਦੀ ਹੀ ਨਾਸ਼ ਹੋ ਜਾਏਗਾ। ਇਹ ਸਾਧ ਸੰਗਤ ਜੀ ਬਚਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਮਹਾਰਾਜ ਜੀ ਨੇ ਰਾਏ ਕੱਲੇ ਦੇ ਪਾਸ ਕੀਤੇ ਸਨ। ਉਸ ਵਕਤ ਸਾਧ ਸੰਗਤ ਜੀ ਇਹ ਬਚਨ ਕੀਤੇ। ਇਹ ਸਾਰਾ ਪ੍ਰਸੰਗ ਅੱਜ ਦਾ ਦਿਨ ਦਾ ਹੈ। ਅੱਜ 13 ਕੋਹ ਹੈ। ਅੱਜ ਦੇ ਦਿਨ ਸਾਧ ਸੰਗਤ ਜੀ ਸਾਹਿਬਜ਼ਾਦੇ ਸ਼ਹਾਦਤ ਨੂੰ ਪ੍ਰਾਪਤ ਹੋਏ। ਮਾਤਾ ਜੀ ਸੱਚਖੰਡ ਗਏ ਹਨ। ਕੀ ਪੂਰਨੇ ਪਾਏ ਸਾਹਿਬਜ਼ਾਦਿਆਂ ਨੇ ਸਾਡੇ ਆਸਤੇ। ਕੱਲ ਵੀ ਆਪ ਜੀ ਨੇ ਸੁਣਿਆ, ਸਿਰ ਜਾਵੇ ਤਾਂ ਜਾਵੇ ਮੇਰਾ ਸਖੀ ਸਿਰਗ ਨਾ ਜਾਵੇ। ਜੇਕਰ ਸਿਰ ਜਾਂਦਾ ਹੋਵੇ, ਸਰੀਰ ਜਾਂਦਾ ਹੋਵੇ, ਜਾਣ ਦੇਣਾ ਚਾਹੀਦਾ ਹੈ, ਲੇਕਿਨ ਧਰਮ ਨਾ ਆਪਦਾ ਕਦੀ ਵੀ ਤਿਆਗੀਏ। ਕਿਉਂ ਨਾ ਤਿਆਗੀਏ? ਕਿਉਂਕਿ ਜਿੰਨੀ ਸੰਪਦਾ ਧਨ ਦੌਲਤ ਆ ਸਰੀਰ ਵੀ ਜਿਹੜਾ ਹੈ, ਇਹ ਜਿੰਨਾ ਚਿਰ ਜਿਉਂਦੇ ਆ ਉਹਨਾਂ ਚਿਰ ਹੀ ਹੈ। ਉਹਨਾਂ ਚਿਰ ਵੀ ਕਿੱਥੇ ਸਾਧ ਸੰਗਤ ਜੀ ਬੁੱਢੇ ਹੋਇਆ ਹੱਥ ਵੀ ਨਹੀਂ ਕੰਮ ਕਰਦੇ, ਅੱਖੋਂ ਦਿਸਣੋਂ ਰਹਿ ਜਾਂਦਾ ਹੈ, ਕੰਨ ਸੁਣਨੋਂ ਰਹਿ ਜਾਂਦੇ, ਜ਼ੁਬਾਨ ਵੀ ਸਾਧ ਸੰਗਤ ਜੀ ਮੂੰਹ ਖਾਂਦਿਆਂ ਮੂੰਹ ਘੱਟਾ ਪਹਿਨ ਆਉਂਦਿਆਂ ਸਭ ਅੰਗ ਮੂੰਹ ਵੀ ਖਾਣੋਂ ਥੱਕ ਜਾਂਦਾ, ਰੁਕ ਜਾਂਦਾ ਹੈ। ਸੱਚਖੰਡ ਅੰਦਰ ਅੱਗੇ ਤੇ ਇਸ ਸਰੀਰ ਨੇ ਕੀ ਸਾਥ ਦੇਣਾ ਹੈ? ਜਿੰਨੀ ਧਨ ਸੰਪਦਾ ਬਣਾਈ ਦੀ, ਰਿਸ਼ਤੇਦਾਰ ਆਪ ਦੇ ਨਾਮ ਤੇ ਇੰਤਕਾਲ ਤਬਦੀਲ ਕਰਵਾ ਲੈਂਦੇ, ਸਾਰੀਆਂ ਸੰਪਦਾ ਸਾਂਭ ਲੈਂਦੇ, ਲੇਕਿਨ ਪਾਪਾਂ ਦਾ ਜੁਮਾ ਤੇ ਕੋਈ ਨਹੀਂ ਚੁੱਕਦਾ।
ਇੱਕ ਕੇਵਲ ਤੇ ਕੇਵਲ ਧਰਮ ਹੈ ਜਿਹੜਾ ਸੱਚਖੰਡ ਅੰਦਰ ਸਹਾਈ ਹੋਣਾ, ਪਰਲੋਕ ਅੰਦਰ ਜਿਸ ਧਰਮ ਨੇ ਰੱਖਿਆ ਕਰਨੀ ਹੈ, ਜਨਮ ਤੋਂ ਲੈ ਕੇ ਅਖੀਰ ਤੱਕ ਸਾਧ ਸੰਗਤ ਜੀ, ਇਹ ਧਰਮ ਹੀ ਹੈ, ਨਾਲ ਨਿਭਣ ਵਾਲਾ। ਪਰਲੋਕ ਅੰਦਰ ਵੀ ਜੇਕਰ ਕਿਸੇ ਨੇ ਸਾਡੀ ਪੱਤ ਇੱਜ਼ਤ ਰੱਖਣੀ ਹੈ, ਉਹ ਇੱਕ ਧਰਮ ਹੈ। ਅੱਜ ਆਪਾਂ ਧਰਮ ਤੋਂ ਬੇਮੁਖ ਹੋਈ ਜਾ ਰਹੇ ਹਾਂ। ਕਾਹਦੇ ਵਾਸਤੇ? ਆ ਮਾਇਆ ਧਨ ਸੰਪਦਾ ਬਦਲੀ, ਜਿਨੇ ਸਾਡਾ ਸਾਥ ਹੀ ਨਹੀਂ ਦੇਣਾ, ਜਿਨੇ ਸਾਥ ਦੇਣਾ ਹੈ ਉਹਨੂੰ ਛੱਡੀ ਜਾ ਰਹੇ ਹਾਂ। ਅੱਜ ਦੇ ਦਿਨ ਸਾਡੇ ਵਾਸਤੇ ਪੂਰਨੇ ਪਾਏ ਨੇ ਸਾਹਿਬਜ਼ਾਦਿਆਂ ਨੇ। ਕੀ ਸਾਹਿਬਜ਼ਾਦਿਆਂ ਨੂੰ ਸਾਧ ਸੰਗਤ ਜੀ ਉਹਨਾਂ ਨੇ ਲਾਲਚ ਨਹੀਂ ਸੀ ਦਿੱਤਾ? ਵਜ਼ੀਰ ਖਾਂ ਕਹਿੰਦਾ ਸੀ ਮੇਰੇ ਵਾਂਗੂ ਵਜ਼ੀਰੀ ਕਰੇਗਾ, ਸੂਬੇਦਾਰ ਬਣ ਜਾਓਗੇ, ਔਰੰਗਜ਼ੇਬ ਆਪ ਪਾਲੇਗਾ, ਫੌਜਾਂ ਦੇਾਂਗੇ, ਸਾਰਾ ਧਨ ਸੰਪਦਾ ਬੇਗਮਾਂ ਦੇਾਂਗੇ, ਡੋਲੇ ਦੇਾਂਗੇ। ਸਭ ਨੂੰ ਜੁੱਤੀ ਦੀ ਨੋਕ ਤੇ ਠੁਕਰਾ ਕੇ ਸਾਹਿਬਜ਼ਾਦੇ ਨੇ ਕਿਹਾ ਸੀ ਵਜ਼ੀਰ ਖਾਂ ਸਾਨੂੰ ਸਾਡਾ ਧਰਮ ਪਿਆਰਾ ਹੈ, ਅਸੀਂ ਕੀ ਜਾ ਕੇ ਆਪਦੇ ਦਾਦੇ ਨੂੰ ਮੂੰਹ ਨਹੀਂ ਦਿਖਾਣਾ? ਕੀ ਅਸੀਂ ਸਦਾ ਵਾਸਤੇ ਦੁਨੀਆ ਅੰਦਰ ਬਣੇ ਰਹਿਣਾ? ਕੀ ਸਾਡੇ ਸਰੀਰ ਸਦਾ ਵਾਸਤੇ ਬਣੇ ਰਹਿਣਗੇ? ਉਹ 5 ਤੇ 7 ਸਾਲ ਦੇ ਸਾਧ ਸੰਗਤ ਜੀ ਸਾਹਿਬਜ਼ਾਦੇ ਸਾਥੋਂ ਜ਼ਿਆਦੇ ਸਿਆਣੇ ਸਨ। ਉਹਨਾਂ ਨੇ ਆਪ ਦਾ ਧਰਮ ਨਿਭਾਇਆ, ਧਰਮ ਨੂੰ ਸਾਧ ਸੰਗਤ ਜੀ ਅਖੀਰ ਦੇ ਸਵਾਸ ਤੱਕ ਕਾਇਮ ਕੀਤਾ। ਇਹ ਦੁਨੀਆ ਦੇ ਸਭ ਧਨ ਸੰਪਦਾ ਦੌਲਤ ਨੂੰ ਇਹਨਾਂ ਨੇ ਕੋਈ ਸਾਧ ਸੰਗਤ ਜੀ ਮਾਇਨਾ ਨਹੀਂ ਰੱਖਣ ਦਿੱਤਾ, ਕੋਈ ਇਹਨੂੰ ਤਵੱਜੋ ਨਹੀਂ ਦਿੱਤੀ, ਸਗੋਂ ਧਰਮ ਦੇ ਨਾਲ ਆ ਸੱਚਖੰਡ ਨੂੰ ਗਏ ਹਨ। ਉਹ ਅੱਜ ਸਾਧ ਸੰਗਤ ਜੀ ਦਿਨ ਹੈ, ਅੱਜ ਆਪਾਂ ਮਨਾ ਰਹੇ ਹਾਂ ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਕੁਰਬਾਨ ਜਾਈਏ ਉਹਨਾਂ ਗੁਰਸਿੱਖਾਂ ਤੋਂ। ਭਾਈ ਗੁਰਦਾਸ ਜੀ ਨੇ ਕਿਹਾ ਜਿਹੜੇ ਆਪਣੇ ਵੱਡਿਆਂ ਦੇ ਦਿਨ ਮਨਾਉਂਦੇ ਹਨ, ਸਤਿਗੁਰਾਂ ਦੇ ਗੁਰਪੁਰਬ ਸ਼ਹੀਦੀਆਂ ਦੇ ਪੁਰਬ ਮਨਾਉਂਦੇ ਹਨ, ਆਪ ਧੰਨ ਹੋ ਜੋ ਅੱਜ ਸਾਧ ਸੰਗਤ ਜੀ ਸ਼ਹਾਦਤ ਦਾ ਪੁਰਬ ਮਨਾ ਰਹੇ ਹੋ। ਇੱਥੇ ਹੁਣ ਸਮਾਂ ਸਮਾਪਤ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਰਾਗੀ ਸਿੰਘ ਹਾਜ਼ਰ ਹਨ। ਆਓ ਉਹਨਾਂ ਦੀ ਰਸਨਾ ਤੋਂ ਆਪਾਂ ਕੀਰਤਨ ਸਰਵਣ ਕਰੀਏ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਗੁਰੂ ਕੀ ਸੰਗਤ ਦਾ ਧੰਨਵਾਦ। ਇੱਥੋਂ ਦੇ ਪ੍ਰਬੰਧਕ ਸਿੰਘ, ਜਿਹੜੇ ਸਾਧ ਸੰਗਤ ਦੀ ਕਮੇਟੀ ਦੇ ਸਿੰਘ ਹਨ, ਜਿਨ੍ਹਾਂ ਨੇ ਸਮਾਗਮ ਰਚਿਆ, ਭਾਈ ਹਰਜੋਤ ਸਿੰਘ ਆਦਿ ਸਾਰੇ, ਇਹਨਾਂ ਸਭਨਾਂ ਦਾ ਵੀ ਧੰਨਵਾਦ। ਇਹਨਾਂ ਨੂੰ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਗੁਰੂ ਕੀ ਸੇਵਾ ਮਿਲੀ ਹੈ। ਸਦਾ ਵਾਸਤੇ ਸਤਿਗੁਰਾਂ ਦੇ ਚਰਨਾਂ 'ਚ ਸਿਰ ਨਵਾਉਂਦੇ ਰਹੀਏ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ। ਇਹੀ ਹੈ ਕਿ ਕੰਮ ਆਉਣ ਵਾਲਾ। ਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੇ ਪੂਰਨੇ ਪਾਏ, ਉਹਨਾਂ ਦੇ ਆਪਾਂ ਖਰੇ ਉੱਤਰੇ। ਇੱਥੋਂ ਤੱਕ ਹੋਈਆਂ ਭੁੱਲਾਂ ਦੀ ਮਾਫੀ। ਆਪ ਸਰਬੱਤ ਸੰਗਤਾਂ ਨੂੰ ਜੀ ਆਇਆਂ, ਸਭਨਾਂ ਦਾ ਧੰਨਵਾਦ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਚੁਨੇ ਪੁਸ਼ਪ ਬਾਸਨ ਨਹਿ ਡਾਰੇ, ਸਭ ਸਿੱਖਨ ਮਿਲ ਤਹਾਂ ਦਬਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨ ਨਾਥ ਨਾਥ ਸਖੇ ਦੀਨ ਦਰਬਾਰ। ਹੇ ਸਮਰਥ ਅਗਮ ਪੂਰਨ ਮੋਹਿ ਮਾਇਆ ਧਾਰ, ਅੰਧ ਕੂਪ ਮਹਾ ਭਿਆਨ ਨਾਨਕ ਪਾਰ ਪਾਰ। ਆਏ ਪ੍ਰਭ ਸਰਣਾਗਤੇ ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਬਸਤ ਹੋਤ ਨਿਹਾਲ। ਆਹੇ ਕਾਟੇ ਮਿਟੇ ਗਵਨ, ਅਤੈ ਭਈ ਮਨ ਜੀਤ, ਨਾਨਕ ਗੁਰ ਦੇ ਖਿਤ ਪਾਈ, ਨਾ ਮਿਟੈ ਨਿਤ ਨੀਤ। ਵਾਹਿਗੁਰੂ ਨਾਮ ਜਹਾਜ ਹੈ, ਜੜੇ ਸੁਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਜੋ ਸਰਦਾ ਕਰ ਸੇਵ ਦੇ